ਅਸ਼ਟਪਦੀ ਸਤਵੀਂ। ਸਾਧ ਸੰਗ ਦੀ ਮਹਿਮਾ। ਸਾਧ ਦੀ ਸੰਗਤ ਵਿੱਚ ਦਰਗਾਹ ਪ੍ਰਗਟ ਹੁੰਦੀ ਹੈ। ਇਸ ਅਸ਼ਟਪਦੀ ਵਿੱਚ ਅਸੀਂ ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ ਅਤੇ ਨਾਮ ਦੀ ਮਹਿਮਾ ਬਾਰੇ ਬ੍ਰਹਮ ਸਤ ਪ੍ਰਾਪਤ ਕਰਦੇ ਹਾਂ। ਇਹ ਬ੍ਰਹਮ ਸਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛਿਪੇ ਪੂਰਨ ਬ੍ਰਹਮ ਗਿਆਨ ਤੋਂ ਪ੍ਰਾਪਤ ਹੁੰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਹਨ। ਇਹ ਪੂਰਨ ਬ੍ਰਹਮ ਗਿਆਨ ਬ੍ਰਹਮਤਾ ਦਾ ਸਮੁੰਦਰ ਮਾਨਸਰੋਵਰ ਹਨ। ਸਿੱਖ ਹੋਣ ਦੇ ਨਾਤੇ ਅਸੀਂ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਕਹਿੰਦੇ ਹਾਂ। ਪਰ ਆਓ ਕੁਝ ਸਮਾਂ ਲਈਏ ਅਤੇ ਸੱਚੇ ਭਾਵ ਨਾਲ ਆਪਣੇ ਅੰਦਰ ਝਾਤੀ ਮਾਰੀਏ। ਆਓ ਅਸੀਂ ਸੱਚਮੁੱਚ ਆਪਣੇ ਵਿਹਾਰ ਬਾਰੇ ਕੁਝ ਪ੍ਰਸ਼ਨ ਆਪਣੇ ਆਪ ਨੂੰ ਪੁੱਛ ਕੇ ਵਿਚਾਰ ਕਰੀਏ ਕਿ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦੱਸ ਰਹੇ ਹਨ, ਅਸੀਂ ਉਸ ਨੂੰ ਸਮਝ ਰਹੇ ਹਾਂ। ਜੇਕਰ ਅਸੀਂ ਸਮਝਦੇ ਹਾਂ ਤਾਂ ਕਿ ਅਸੀਂ ਇਸ ਵਿੱਚ ਵਿਸ਼ਵਾਸ ਕਰ ਰਹੇ ਹਾਂ। ਜੇਕਰ ਅਸੀਂ ਇਸ ਨੂੰ ਸਮਝਦੇ ਹਾਂ ਅਤੇ ਵਿਸ਼ਵਾਸ ਕਰਦੇ ਹਾਂ ਤਾਂ ਕਿ ਅਸੀਂ ਇਸ ਨੂੰ ਅਮਲ ਵਿੱਚ ਲਿਆਉਣ ਦਾ ਯਤਨ ਕਰ ਰਹੇ ਹਾਂ। ਜੇਕਰ ਇਹਨਾਂ ਸਾਰੇ ਪ੍ਰਸ਼ਨਾਂ ਵਿੱਚੋਂ ਕਿਸੇ ਇੱਕ ਜਾਂ ਸਾਰੇ ਪ੍ਰਸ਼ਨਾਂ ਉੱਤਰ ਨਹੀਂ ਹੈ ਤਾਂ ਅਸੀਂ ਹਜੇ ਵੀ ਉਹੀ ਕਰ ਰਹੇ ਹਾਂ ਜੋ ਸਾਡਾ ਮਨ ਸਾਨੂੰ ਕਹਿ ਰਿਹਾ ਹੈ। ਅਸੀਂ ਉਹ ਕੁਝ ਨਹੀਂ ਕਰ ਰਹੇ ਜੋ ਗੁਰੂ ਸਾਨੂੰ ਕਰਨ ਲਈ ਕਹਿ ਰਹੇ ਹਨ। ਅਸੀਂ ਹਜੇ ਵੀ ਮਨਮੁਖ ਹਾਂ। ਸਾਡਾ ਮਨ ਹਜੇ ਵੀ ਪੰਜ ਚੋਰਾਂ ਅਤੇ ਈਰਖਾ, ਨਿੰਦਿਆ, ਚੁਗਲੀ ਦੇ ਅਧੀਨ ਗੁਲਾਮੀ ਵਿੱਚ ਹੈ, ਕਿਉਂਕਿ ਸਾਡਾ ਮਨ ਸਾਡੇ ਇਹਨਾਂ ਦੁਸ਼ਮਣਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਦੇ ਪ੍ਰਭਾਵ ਅਧੀਨ ਕਰਮ ਕਰ ਰਿਹਾ ਹੈ। ਇਸ ਲਈ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਤ੍ਰਿਸ਼ਨਾ ਸਾਡੇ ਅਸਲ ਗੁਰੂ ਹਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਹੀਂ ਹਨ। ਇਹ ਸਾਰੀ ਕਥਾ ਸਾਨੂੰ ਦੱਸਣ 'ਤੇ ਕੇਂਦਰਿਤ ਹੈ ਕਿ ਸਾਨੂੰ ਸਾਡੇ ਹਿਰਦੇ ਨੂੰ ਮਨਮੁਖ ਤੋਂ ਗੁਰਮੁਖ ਵਿੱਚ ਬਦਲਣ ਲਈ ਕਿਸ ਚੀਜ਼ ਦੀ ਜ਼ਰੂਰਤ ਹੈ। ਇਸ ਅਸ਼ਟਪਦੀ ਵਿੱਚ ਦਿੱਤੇ ਸੁਨੇਹੇ ਨੂੰ ਸਮਝਣ, ਵਿਸ਼ਵਾਸ ਕਰਨ ਅਤੇ ਅਮਲ ਵਿੱਚ ਲਿਆਉਣ ਦੀ ਜ਼ਰੂਰਤ ਸਭ ਤੋਂ ਮਹੱਤਵਪੂਰਨ ਹੈ ਤਾਂ ਜੋ ਅਸੀਂ ਆਪਣੇ ਰੂਹਾਨੀ ਟੀਚੇ ਪ੍ਰਾਪਤ ਕਰ ਸਕੀਏ। ਇਹ ਸਾਨੂੰ ਸਾਡੀ ਹੁਣ ਦੀ ਸਥਿਤੀ ਮਨਮੁਖ ਤੋਂ ਬਦਲ ਕੇ ਅਜਿਹਾ ਰਸਤਾ ਜੋ ਸਤ ਅਕਾਲ ਪੁਰਖ ਅਤੇ ਸੱਚਖੰਡ ਦੀ ਖੋਜ ਵੱਲ ਲੈ ਕੇ ਜਾਂਦਾ ਹੈ, ਵੱਲ ਬਦਲਣ ਦੀ ਪ੍ਰਕਿਰਿਆ ਨੂੰ ਦਰਸਾਉਂਦਾ ਹੈ। ਸਾਧ ਸ਼ਬਦ ਦਾ ਮਤਲਬ ਇੱਕ ਐਸਾ ਹਿਰਦਾ ਜਿਹੜਾ ਬਿਲਕੁਲ ਸਿੱਧਾ ਹੈ। ਇਹ ਸਾਧਿਆ ਗਿਆ ਹੈ, ਬਦਲ ਗਿਆ ਹੈ, ਸਾਫ਼ ਹੋ ਗਿਆ ਹੈ ਅਤੇ ਸੱਚ ਵਿੱਚ ਸਾਧਿਆ ਗਿਆ ਹੈ। ਐਸਾ ਹਿਰਦਾ ਜਿਸ ਉੱਪਰ ਪੰਜ ਚੋਰਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨਿੰਦਿਆ, ਚੁਗਲੀ, ਬਖੀਲੀ, ਆਸਾ, ਮਨਸਾ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ ਅਤੇ ਈਰਖਾ ਵਰਗੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਕੋਈ ਪ੍ਰਭਾਵ ਨਹੀਂ ਹੈ। ਇੱਕ ਸਾਧ ਹਿਰਦਾ ਮਾਇਆ ਦੇ ਕਿਸੇ ਵੀ ਰੂਪ ਤੋਂ ਵਿਚਲਿਤ ਨਹੀਂ ਹੋ ਸਕਦਾ। ਇਹ ਪੂਰਨ ਤੌਰ 'ਤੇ ਸਚਾਰਾ ਬਣ ਚੁੱਕਾ ਹੁੰਦਾ ਹੈ। ਇਹ ਸੱਤ ਨੂੰ ਸੁਣਦਾ, ਸੱਤ ਨੂੰ ਬੋਲਦਾ, ਸੱਤ ਵਰਤਾਉਂਦਾ ਹੈ ਅਤੇ ਸੱਤ ਦੀ ਸੇਵਾ ਕਰਦਾ ਹੈ। ਇੱਕ ਸਾਧ ਨੇ ਮਨ ਉੱਪਰ ਜਿੱਤ ਪਾ ਲਈ ਹੁੰਦੀ ਹੈ ਅਤੇ ਇਸ ਤਰ੍ਹਾਂ ਕਰਨ ਨਾਲ ਉਹ ਸਾਰੇ ਹੀ ਬ੍ਰਹਮੰਡ ਉੱਪਰ ਜਿੱਤ ਪਾ ਲੈਂਦਾ ਹੈ। ਮਨ ਜੀਤਾ ਹੈ ਜਗ ਜੀਤ। ਇੱਕ ਸਾਧ ਨੂੰ ਇੱਕ ਗੁਰਮੁਖ, ਬ੍ਰਹਮ ਗਿਆਨੀ ਅਤੇ ਸੰਤ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਮਨਮੁਖ ਤੋਂ ਗੁਰਮੁਖ ਵਿੱਚ ਤਬਦੀਲ ਹੋਣ ਲਈ ਸਾਨੂੰ ਬ੍ਰਹਮ ਗਿਆਨ ਦੇ ਅਭਿਆਸ ਦੀ ਜ਼ਰੂਰਤ ਹੈ, ਜੋ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਵੱਲੋਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ ਦੇ ਰੂਪ ਵਿੱਚ ਸਾਨੂੰ ਦਿੱਤਾ ਹੈ। ਪੰਜ ਚੋਰ, ਨਿੰਦਿਆ, ਚੁਗਲੀ, ਆਸਾ, ਮਨਸਾ, ਤ੍ਰਿਸ਼ਨਾ ਅਤੇ ਈਰਖਾ ਡੂੰਘੀਆਂ ਮਾਨਸਿਕ ਬਿਮਾਰੀਆਂ ਹਨ। ਸ਼ਬਦ ਗੁਰੂ ਸਾਨੂੰ ਇਹਨਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਈ ਦਾ ਨੁਸਖਾ ਹੈ। ਜੇਕਰ ਅਸੀਂ ਨੁਸਖਾ ਹੀ ਪੜ੍ਹੀ ਜਾ ਰਹੇ ਹਾਂ ਪਰ ਦੱਸੀ ਹੋਈ ਦਵਾਈ ਨਹੀਂ ਲੈਂਦੇ, ਤਦ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣੇ ਗੁਰੂ ਦੇ ਤੌਰ 'ਤੇ ਸਵੀਕਾਰ ਨਹੀਂ ਕਰ ਰਹੇ। ਕੇਵਲ ਨੁਸਖੇ ਨੂੰ ਸੁਣਨ, ਗਾਉਣ ਅਤੇ ਇਸ ਅੱਗੇ ਝੁਕਣ ਨਾਲ ਅਸੀਂ ਕੇਵਲ ਇੱਕ ਦੁਬਿਧਾ ਦੀ ਅਵਸਥਾ ਵਿੱਚ ਹਾਂ। ਕਿਉਂਕਿ ਸਾਡਾ ਮਨ ਅਰੋਗ ਨਹੀਂ ਹੋਵੇਗਾ। ਜੇਕਰ ਅਸੀਂ ਦੱਸੀ ਹੋਈ ਦਵਾਈ ਨੂੰ ਲੈਂਦੇ, ਅਸੀਂ ਆਪਣੇ ਰੂਹਾਨੀ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਅਸਫਲ ਰਹਿੰਦੇ ਹਾਂ, ਕਿਉਂਕਿ ਅਸੀਂ ਉਹ ਨਹੀਂ ਕਰ ਰਹੇ ਜੋ ਸ਼ਬਦ ਗੁਰੂ ਜੀ ਸਾਨੂੰ ਕਰਨ ਲਈ ਦੱਸ ਰਹੇ ਹਨ। ਇਹ ਸਭ ਤੋਂ ਵੱਡਾ ਕਾਰਨ ਹੈ ਕਿ ਜ਼ਿਆਦਾ ਸੰਗਤ ਧਰਮਖੰਡ
ਜਾਂ ਇਸ ਤੋਂ ਥੱਲੇ ਹੀ ਰਹਿ ਰਹੀ ਹੈ। ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਜਪਜੀ ਵਿੱਚ ਵਿਖਿਆਨ ਕੀਤਾ ਹੈ, ਸਾਡੇ ਬਿਮਾਰ ਮਨ ਲਈ ਇੱਕ ਨੁਸਖਾ ਗੁਰੂ ਅਰਜਨ ਦੇਵ ਜੀ ਇਸ ਅਸ਼ਟਪਦੀ ਵਿੱਚ ਇੱਕ ਚਾਨਣ ਰੂਹ ਸਾਧ ਦੀ ਮਹਾਨਤਾ ਅਤੇ ਮਹਿਮਾ ਬਾਰੇ ਦੱਸ ਰਹੇ ਹਨ। ਆਓ ਇਹ ਸਮਝਣ ਦਾ ਯਤਨ ਕਰੀਏ ਕਿ ਇਹ ਸ਼ਬਦ ਸਾਨੂੰ ਕੀ ਦੱਸ ਰਿਹਾ ਹੈ। ਸ਼ਲੋਕ। ਅਗਮ ਅਗਾਧ ਪਾਰ ਬ੍ਰਹਮ ਸੋਹੀ, ਜੋ ਜੋ ਕਹੇ ਸੋ ਮੁਕਤਾ ਹੋਈ। ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਇਸ ਅਸ਼ਟਪਦੀ ਵਿੱਚ ਸਾਧ ਅਤੇ ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ ਵਿਚਕਾਰ ਬ੍ਰਹਮ ਰਿਸ਼ਤੇ ਬਾਰੇ ਵਿਆਖਿਆ ਕੀਤੀ ਗਈ ਹੈ। ਅਸੀਂ ਉਸ ਇੱਕ ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ ਤੱਕ ਕਿਵੇਂ ਪਹੁੰਚ ਸਕਦੇ ਹਾਂ ਜੋ ਆਮ ਆਦਮੀ ਦੀ ਪਹੁੰਚ ਤੋਂ ਪਰੇ ਹੈ। ਇਸ ਸ਼ਬਦ ਵਿੱਚ ਬ੍ਰਹਮ ਸ਼ਬਦਾਂ ਰਾਹੀਂ ਬੜੇ ਹੀ ਸਾਦੇ ਅਤੇ ਥੋੜ੍ਹੇ ਸ਼ਬਦਾਂ ਵਿੱਚ ਇਸ ਦੀ ਵਿਆਖਿਆ ਕੀਤੀ ਗਈ ਹੈ। ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ ਅਗਮ ਹੈ, ਭਾਵ ਸਰਵ ਉੱਚ ਪਰਮਾਤਮਾ ਮਨੁੱਖ ਦੀਆਂ ਪੰਜਾਂ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਪਾਰ ਬ੍ਰਹਮ ਅਗਾਧ ਹੈ, ਭਾਵ ਸਰਵ ਉੱਚ ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ ਪਰਮਾਤਮਾ ਅਨੰਤ ਬੇਅੰਤ ਹੈ ਅਤੇ ਮਨੁੱਖੀ ਪੰਜਾਂ ਇੰਦਰੀਆਂ ਨਾਲ ਮਿਟਿਆ ਨਹੀਂ ਜਾ ਸਕਦਾ। ਇਸ ਲਈ ਅਸੀਂ ਆਮ ਤੌਰ ਤੇ ਆਪ ਹੁਣ ਅਨੰਤ ਅਤੇ ਬੇਅੰਤ ਤੱਕ ਕਿਵੇਂ ਪਹੁੰਚ ਸਕਦੇ ਹਾਂ। ਜਦ ਅਸੀਂ ਉਸ ਦਾ ਨਾਮ ਸਤਨਾਮ ਜਪਦੇ ਹਾਂ, ਤਦ ਅਸੀਂ ਆਮ ਤਰੀਕੇ ਨਾਲ ਹੀ ਉਸ ਨਾਲ ਮਿਲਣ ਵਾਲੇ ਮਾਲਕ, ਜੋ ਕਿ ਅਗਮ ਹੈ, ਅਗੋਚਰ ਹੈ, ਉਸ ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ ਨੂੰ ਪਾ ਸਕਦੇ ਹਾਂ। ਇਹ ਉਸ ਦੁਆਰਾ ਹੀ ਪਾਇਆ ਜਾ ਸਕਦਾ ਹੈ ਜੋ ਉਸ ਦੀ ਮਹਿਮਾ ਕਰਦਾ ਹੈ ਅਤੇ ਜੋ ਉਸ ਦੀ ਸੇਵਾ ਕਰਦਾ ਹੈ। ਅਕਾਲ ਪੁਰਖ ਦੀ ਸਭ ਤੋਂ ਉੱਚਤਮ ਸੇਵਾ ਉਸ ਦਾ ਨਾਮ ਸਿਮਰਨ ਹੈ। ਜੋ ਵੀ ਸੱਤ ਦੀ ਸੇਵਾ ਕਰਦਾ ਹੈ, ਪੰਜ ਚੋਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉੱਪਰ ਕਾਬੂ ਪਾਉਂਦਾ ਹੈ, ਆਪਣੀਆਂ ਇੱਛਾਵਾਂ, ਆਸਾ, ਮਨਸਾ, ਤ੍ਰਿਸ਼ਨਾ ਨੂੰ ਮਾਰਦਾ ਹੈ ਅਤੇ ਨਿੰਦਿਆ, ਚੁਗਲੀ, ਬਖੀਲੀ, ਈਰਖਾ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਤੋਂ ਬਚਿਆ ਰਹਿੰਦਾ ਹੈ। ਉਹ ਹਿਰਦਾ ਇੱਕ ਸਾਧ ਬਣ ਜਾਂਦਾ ਹੈ। ਅਜਿਹੀਆਂ ਰੂਹਾਂ ਬਹੁਤ ਹੀ ਦੁਰਲਭ ਹਨ ਅਤੇ ਉਹਨਾਂ ਦੀ ਰੂਹਾਨੀ ਕਥਾ ਅਤੇ ਪ੍ਰਾਪਤੀਆਂ ਬੜੀਆਂ ਵਿਲੱਖਣ ਅਤੇ ਅਚਰਜ ਬਣ ਜਾਂਦੀਆਂ ਹਨ। ਉਹ ਸਰਵ ਸ਼ਕਤੀਮਾਨ ਪਰਿਪੂਰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਵਿੱਚ ਲੀਨ ਰਹਿੰਦੇ ਹਨ ਅਤੇ ਉਸ ਨਾਲ ਇੱਕਮਿਕ ਹੋ ਜਾਂਦੇ ਹਨ। ਕੇਵਲ ਐਸੇ ਮਹਾਂਪੁਰਖ ਹੀ ਗੁਰਮੁਖ ਬਣ ਜਾਂਦੇ ਹਨ। ਗੁਰਮੁਖ ਅਕਾਲ ਪੁਰਖ ਦੀ ਮਹਿਮਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ, ਪੂਰਨ ਖਾਲਸਾ ਹੀ ਹੈ ਜੋ ਕਿ ਗੁਰਮੁਖ ਹੈ। ਗੁਰਮੁਖ ਹੀ ਸਦਾ ਸੁਹਾਗਣ ਹੈ। ਇਸ ਲਈ ਗੁਰਮੁਖ ਰੂਹਾਨੀਅਤ ਦੀ ਬਹੁਤ ਵੱਡੀ ਅਵਸਥਾ ਹੈ। ਇਹ ਅਵਸਥਾ ਦੀ ਪ੍ਰਾਪਤੀ ਉਸ ਸਮੇਂ ਹੁੰਦੀ ਹੈ ਜਦ ਤਨ, ਮਨ, ਧਨ ਗੁਰੂ ਦੇ ਚਰਨਾਂ ਵਿੱਚ ਸੰਪੂਰਨ ਤੌਰ ਤੇ ਸੌਂਪਿਆ ਜਾਂਦਾ ਹੈ ਅਤੇ ਇਸ ਦੇ ਸਿੱਟੇ ਵਜੋਂ ਸਦਾ ਸੁਹਾਗ ਦੀ ਪ੍ਰਾਪਤੀ ਹੁੰਦੀ ਹੈ। ਇਸੇ ਲਈ ਧੰਨ ਧੰਨ ਸਤਿਗੁਰੂ ਨਾਨਕ ਪਾਤਸ਼ਾਹ ਜੀ ਬਾਰੇ ਫਰਮਾਨ ਹੈ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਅਸ਼ਟਪਦੀ। ਸਾਧ ਕੈ ਸੰਗ ਮੁਖ ਊਜਲ ਹੋਤ, ਸਾਧ ਸੰਗ ਮਲ ਸਗਲੀ ਖੋਤ। ਸਾਧ ਕੈ ਸੰਗ ਮਿਟੈ ਅਭਿਮਾਨ, ਸਾਧ ਕੈ ਸੰਗ ਪ੍ਰਗਟੈ ਸੁਗਿਆਨ। ਸਾਧ ਕੈ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ। ਸਾਧ ਕੈ ਸੰਗ पाए नाम रतन, साध कै संग एक ऊपर जतन। साध की महिमा वर्णय कौन प्राणी, नानक साध की शोभा प्रभ माहे समानी। ਅਸੀਂ ਐਸੀਆਂ ਰੂਹਾਂ ਦੀ ਸੰਗਤ ਵਿੱਚ ਆਪਣਾ ਜੀਵਨ ਸਫਲਾ ਕਰ ਸਕਦੇ ਹਾਂ ਜਿਨ੍ਹਾਂ ਨੇ ਮਨ ਉੱਪਰ ਜਿੱਤ ਪਾ ਲਈ ਹੈ ਅਤੇ ਸਾਧ ਬਣ ਗਏ ਹਨ। ਇੱਕ ਸਾਧ ਦੀ ਸੰਗਤ ਵਿੱਚ ਅਸੀਂ ਸਾਰੇ ਮਾਨਸਿਕ ਵਿਕਾਰਾਂ ਅਤੇ ਰੋਗਾਂ ਤੋਂ ਰਾਹਤ ਪਾਉਂਦੇ ਹਾਂ। ਇਹਨਾਂ ਮਾਨਸਿਕ ਰੋਗਾਂ ਨੇ ਸਾਡਾ ਮਨ ਹਰਾਮੀ ਬਣਾ ਦਿੱਤਾ ਹੈ ਕਿਉਂਕਿ ਸਾਡੇ ਰੋਜ਼ਾਨਾ ਦੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਸਾਡੇ ਇਹਨਾਂ ਦੁਸ਼ਮਣਾਂ ਦੇ ਪ੍ਰਭਾਵ ਅਧੀਨ ਹੋ ਰਹੀਆਂ ਹਨ, ਕਿਉਂਕਿ ਸਾਧ ਨੇ ਮਾਇਆ ਉੱਪਰ ਜਿੱਤ ਪ੍ਰਾਪਤ ਕਰ ਲਈ ਹੁੰਦੀ ਹੈ ਅਤੇ ਮਾਇਆ ਸਾਧ ਦੀ ਸੇਵਾ ਕਰਦੀ ਹੈ। ਇਸ ਲਈ ਜਿੱਥੇ ਸਾਧ ਬੈਠਾ ਹੈ ਉਸ ਸਥਾਨ ਦੇ ਆਲੇ ਦੁਆਲੇ ਵੀ ਕਿਤੇ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਹੈ, ਕਿਉਂਕਿ ਸਾਧ ਅਕਾਲ ਪੁਰਖ ਵਿੱਚ ਅਭੇਦ ਹੋ ਜਾਂਦਾ ਹੈ। ਇਸ ਲਈ ਜਿੱਥੇ ਸਾਧ ਬੈਠਾ ਹੈ, ਜਿਸ ਅਸਥਾਨ ਤੇ ਸੰਤ ਬ੍ਰਹਮ ਗਿਆਨੀ ਬੈਠਾ ਹੈ, ਉਹ ਸਥਾਨ ਦਰਗਾਹ ਬਣ ਜਾਂਦਾ ਹੈ। ਜਦ ਉੱਥੇ ਸਦਾ ਸੁਹਾਗਣਾ ਅਤੇ ਸੁਹਾਗਣਾ ਬੈਠ ਕੇ ਨਾਮ ਜਪਦੀਆਂ ਹਨ ਤਾਂ ਉੱਥੇ ਦਰਗਾਹ ਪ੍ਰਗਟ ਹੁੰਦੀ ਹੈ। ਐਸੀ ਸੰਗਤ ਵਿੱਚ ਬੈਠ ਕੇ ਕੋਈ ਵੀ ਮਨੁੱਖ ਨਾਮ ਜਪਦਾ ਹੈ
ਤਾਂ ਉਸ ਦਾ ਜਪਣਾ ਸਿੱਧਾ ਦਰਗਾਹ ਵਿੱਚ ਗਿਣਿਆ ਜਾਂਦਾ ਹੈ, ਤਾਂ ਐਸਾ ਸਥਾਨ ਧੰਨ ਧੰਨ ਹੋ ਜਾਂਦਾ ਹੈ ਅਤੇ ਐਸੇ ਸਥਾਨ ਵਿੱਚ ਬੈਠੀਆਂ ਮਨੁੱਖਾਂ ਦੇ ਮੁਖ ਉਜਲੇ ਹੋ ਜਾਂਦੇ ਹਨ। ਉਹਨਾਂ ਦਾ ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਸੁਰਤ ਵਿੱਚ ਨਾਮ ਚਲਾ ਜਾਂਦਾ ਹੈ, ਹਿਰਦੇ ਵਿੱਚ ਨਾਮ ਦਾ ਪ੍ਰਕਾਸ਼ ਹੋ ਜਾਂਦਾ ਹੈ, ਸਾਰੇ ਬਜਰ ਕਪਾਟ ਖੁੱਲ ਜਾਂਦੇ ਹਨ, ਨਾਮ ਰੋਮ ਰੋਮ ਵਿੱਚ ਚਲਾ ਜਾਂਦਾ ਹੈ। ਸਾਧ ਦੀ ਸੰਗਤ ਸਾਨੂੰ ਮਨ ਉੱਪਰ ਜਿੱਤ ਪਾ ਕੇ ਅੰਦਰੋਂ ਸਾਫ਼ ਕਰਦੀ ਹੈ, ਸਾਰੀ ਮਨ ਦੀ ਮੈਲ ਲੱਥ ਜਾਂਦੀ ਹੈ, ਸਾਰੇ ਵਿਕਾਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਤ੍ਰਿਸ਼ਨਾ ਰਾਜ ਜੋਬਨ ਧਨ ਮਾਲ ਸ਼ਬਦਾਂ ਸਪਰਸ਼ ਨਿੰਦਿਆ ਚੁਗਲੀ ਅਤੇ ਵਕੀਲੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦਾ ਅੰਤ ਹੋ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਅਸੀਂ ਸ਼੍ਰੀ ਅਕਾਲ ਪੁਰਖ ਜੀ ਦੀ ਦਰਗਾਹ ਵਿੱਚ ਮਾਨ ਪ੍ਰਾਪਤ ਕਰਦੇ ਹਾਂ। ਜਿੰਨੀ ਦੇਰ ਅਸੀਂ ਪੰਜ ਚੋਰਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਅਤੇ ਦੂਸਰੀਆਂ ਮਾਨਸਿਕ ਬਿਮਾਰੀਆਂ ਅਤੇ ਵਿਨਾਸ਼ਕਾਰੀ ਵਿਕਾਰਾਂ ਦੇ ਕਾਬੂ ਅਧੀਨ ਹਾਂ, ਅਸੀਂ ਗੁਰਮੁਖ ਨਹੀਂ ਬਣ ਸਕਦੇ। ਕੇਵਲ ਇੱਕ ਸਾਧ ਦੀ ਸੰਗਤ ਸਾਨੂੰ ਮਨਮੁਖ ਤੋਂ ਗੁਰਮੁਖ ਵਿੱਚ ਬਦਲ ਸਕਦੀ ਹੈ। ਕੇਵਲ ਸਾਧ ਸੰਗਤ ਸਾਡੀ ਹਉਮੈ ਨੂੰ ਮਾਰਨ ਵਿੱਚ ਮਦਦ ਕਰ ਸਕਦੀ ਹੈ। ਕਿਸ ਤਰ੍ਹਾਂ ਸਾਧ ਨੇ ਪਹਿਲਾਂ ਹੀ ਆਪਣੀ ਹਉਮੈ ਮਾਰ ਲਈ ਹੈ ਅਤੇ ਸਾਧ ਨੂੰ ਦਰਗਾਹੀ ਬਖਸ਼ਿਸ਼ ਦੇ ਅਨੁਸਾਰ ਇਸ ਦਰਗਾਹੀ ਸ਼ਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ, ਜਿਸ ਨਾਲ ਉਹ ਸਾਨੂੰ ਹਉਮੈ ਮਾਰਨ ਦੇ ਗੁਰਪ੍ਰਸਾਦ ਨਾਲ ਨਿਵਾਜ ਕੇ ਇਸ ਨੂੰ ਮਾਰਨ ਲਈ ਅਸੀਸ ਦਿੰਦਾ ਹੈ ਅਤੇ ਇਸ ਦਰਗਾਹੀ ਅਸੀਸ ਦੇ ਸਦਕੇ ਅਸੀਂ ਇਸ ਮਹਾਨ ਗੁਰਪ੍ਰਸਾਦੀ ਸ਼ਕਤੀ ਨਾਲ ਜਦ ਨਾਮ ਸਿਮਰਨ ਨਾਮ ਦੀ ਕਮਾਈ ਪੂਰਨ ਬੰਦਗੀ ਸੇਵਾ ਪਰਉਪਕਾਰ ਅਤੇ ਮਹਾਪਰਉਪਕਾਰ ਦੇ ਗੁਰਪ੍ਰਸਾਦ ਮਾਰਗ ਤੇ ਚੱਲਦੇ ਹਾਂ ਅਤੇ ਜਦ ਸਾਡੀ ਬੰਦਗੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ ਤਾਂ ਅਸੀਂ ਹਉਮੈ ਨੂੰ ਮਾਰ ਕੇ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ। ਜਦ ਅਸੀਂ ਹਉਮੈ ਦੇ ਇਸ ਦੀਰਘ ਰੋਗ ਨਾਲ ਰੋਗੀ ਹਾਂ ਤਦ ਤੱਕ ਸਾਡੀ ਰੂਹ ਸਾਧ ਦੇ ਪੂਰਨ ਬ੍ਰਹਮ ਗਿਆਨ ਪੂਰਨ ਤੱਤ ਗਿਆਨ ਦੀ ਧਾਰਨੀ ਨਹੀਂ ਹੋ ਸਕਦੀ ਹੈ। ਇੱਕ ਵਾਰ ਜਦ ਮਨ ਮਾਇਆ ਦੀ ਗੁਲਾਮੀ ਛੱਡ ਕੇ ਪੂਰਨ ਤੌਰ ਤੇ ਸਾਫ਼ ਹੋ ਜਾਂਦਾ ਹੈ ਅਤੇ ਸਵੈਮਾਨ ਅਭਿਮਾਨ ਪੂਰੀ ਤਰ੍ਹਾਂ ਚਲਾ ਜਾਂਦਾ ਹੈ, ਜਦ ਸਾਡੀ ਹੋਂਦ ਪੂਰੀ ਤਰ੍ਹਾਂ ਨਾਲ ਖਤਮ ਹੋ ਜਾਂਦੀ ਹੈ, ਤਦ ਸਾਡੀ ਆਪਣੀ ਮੱਤ ਮਿਟ ਜਾਂਦੀ ਹੈ, ਤਦ ਹੀ ਪੂਰਨ ਬ੍ਰਹਮ ਸ਼ਕਤੀ ਪ੍ਰਗਟ ਹੋ ਜਾਂਦੀ ਹੈ ਅਤੇ ਅਕਾਲ ਪੁਰਖ ਦੇ ਨਿਰਗੁਣ ਸਰੂਪ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਅਤੇ ਪੂਰਨ ਤੱਤ ਗਿਆਨ ਪੂਰਨ ਬ੍ਰਹਮ ਗਿਆਨ ਅਤੇ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਪੂਰਨ ਬ੍ਰਹਮ ਗਿਆਨ ਸਾਡੇ ਵਿੱਚ ਵਹਿਣਾ ਸ਼ੁਰੂ ਹੁੰਦਾ ਹੈ। ਇਸ ਮਹਾਨ ਬਖਸ਼ਿਸ਼ ਨਾਲ ਅਸੀਂ ਗੁਰਬਾਣੀ ਨੂੰ ਸੱਚਮੁੱਚ ਸਮਝਣਾ ਸ਼ੁਰੂ ਕਰ ਦਿੰਦੇ ਹਾਂ। ਗੁਰਬਾਣੀ ਸਾਡੇ ਨਾਲ ਪੂਰਨ ਤੌਰ ਤੇ ਵਾਪਰਦੀ ਹੈ। ਗੁਰਬਾਣੀ ਦਾ ਹਰ ਇੱਕ ਸ਼ਲੋਕ ਸਾਡੇ ਨਾਲ ਪੂਰਨ ਤੌਰ ਤੇ ਸਤ ਪ੍ਰਗਟ ਹੁੰਦਾ ਹੈ। ਜੋ ਗੁਰਬਾਣੀ ਵਿੱਚ ਲਿਖਿਆ ਹੈ ਉਹ ਸਭ ਕੁਝ ਸਾਡੇ ਨਾਲ ਵਾਪਰਨ ਲੱਗ ਪੈਂਦਾ ਹੈ। ਅਸੀਂ ਗੁਰਬਾਣੀ ਬਣ ਜਾਂਦੇ ਹਾਂ। ਐਸੀ ਗੁਰਪ੍ਰਸਾਦ ਦੀ ਬਖਸ਼ਿਸ਼ ਕੇਵਲ ਇੱਕ ਪੂਰਨ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ, ਕਿਉਂਕਿ ਕੇਵਲ ਇੱਕ ਸਾਧ ਪੂਰਨ ਬ੍ਰਹਮ ਗਿਆਨੀ ਹੀ ਬ੍ਰਹਮ ਗਿਆਨ ਦੇ ਸਾਰੇ ਅਮੋਲਕ ਹੀਰੇ ਮੋਤੀ ਪੂਰੀ ਤਰ੍ਹਾਂ ਨਾਲ ਸਾਡੇ ਹਿਰਦੇ ਵਿੱਚ ਤਰਾਸ਼ਣ ਦੇ ਯੋਗ ਹੁੰਦਾ ਹੈ। ਕੇਵਲ ਪੂਰਨ ਬ੍ਰਹਮ ਗਿਆਨੀ ਹੀ ਇਸ ਮਹਾਨ ਦਰਗਾਹੀ ਗੁਰਪ੍ਰਸਾਦੀ ਸ਼ਕਤੀ ਦਾ ਮਾਲਕ ਹੁੰਦਾ ਹੈ। ਕੇਵਲ ਸਾਧ ਦੀ ਪੂਰਨ ਬ੍ਰਹਮ ਗਿਆਨੀ ਸੰਗਤ ਵਿੱਚ ਹੀ ਅਸੀਂ ਸਾਰੀਆਂ ਗੁਰਪ੍ਰਸਾਦੀ ਬਖਸ਼ਿਸ਼ਾਂ ਪ੍ਰਾਪਤ ਕਰਦੇ ਹਾਂ। ਕੇਵਲ ਪੂਰਨ ਬ੍ਰਹਮ ਗਿਆਨੀ ਦੀ ਬਖਸ਼ਿਸ਼ ਨਾਲ ਹੀ ਅਸੀਂ ਕਰਮਖੰਡ ਦੀ ਕਿਰਪਾ ਦੀ ਪ੍ਰਾਪਤੀ ਕਰ ਸਕਦੇ ਹਾਂ। ਜਦ ਅਸੀਂ ਆਪਣਾ ਤਨ ਮਨ ਧਨ ਸਾਧ ਦੇ ਚਰਨਾਂ ਤੇ ਅਰਪਣ ਕਰਦੇ ਹਾਂ ਤਾਂ ਸਾਧ ਦੀ ਗੁਰਪ੍ਰਸਾਦੀ ਦਰਗਾਹੀ ਕਿਰਪਾ ਨਾਲ ਸਾਧ ਸਾਡਾ ਵਿਚੋਲਾ ਬਣ ਜਾਂਦਾ ਹੈ ਅਤੇ ਸਾਨੂੰ ਸੁਹਾਗ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਹੁੰਦੀ ਹੈ। ਸੁਹਾਗ ਦੀ ਪ੍ਰਾਪਤੀ ਨਾਲ ਹੀ ਨਾਮ ਸਾਡੀ ਸੁਰਤ ਵਿੱਚ ਚਲਾ ਜਾਂਦਾ ਹੈ। ਨਾਮ ਦਾ ਅਜਪਾ ਜਾਪ ਸ਼ੁਰੂ ਹੋ ਜਾਂਦਾ ਹੈ। ਸਮਾਧੀ ਦੇ ਗੁਰਪ੍ਰਸਾਦ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸ ਤਰ੍ਹਾਂ ਸਾਡਾ ਵਿਚੋਲਾ ਬਣ ਜਾਂਦਾ ਹੈ। ਹਰ ਦਰਗਹਿ ਕਾ ਬਸੀਟ ਅਤੇ ਪਤੀ ਪਰਮਾਤਮਾ ਸਾਡੀ ਰੂਹ ਨੂੰ ਪਤਨੀ ਦੇ ਤੌਰ ਤੇ ਸਵੀਕਾਰ ਕਰਦਾ ਹੈ। ਅਸੀਂ ਸੁਹਾਗਣ ਦੇ ਤੌਰ ਤੇ ਜਾਣੇ ਜਾਂਦੇ ਹਾਂ। ਅਸੀਂ ਸਮਾਧੀ ਦਾ ਅਨੁਭਵ ਕਰਨਾ ਸ਼ੁਰੂ ਕਰਦੇ ਹਾਂ। ਜਦ ਸੁਹਾਗਣ ਨਾਮ ਸਿਮਰਨ ਕਰਦੀ ਹੈ ਤਾਂ ਪਰਮਾਤਮਾ ਸਥੂਲ ਰੂਪ ਵਿੱਚ ਸਾਧ ਦੀ ਸੰਗਤ ਵਿੱਚ ਪ੍ਰਗਟ ਹੁੰਦਾ ਹੈ। ਐਸੀਆਂ ਸੁਹਾਗਣਾਂ ਸਮਾਧੀ ਵਿੱਚ ਪਰਮਾਤਮਾ ਨੂੰ ਸਥੂਲ ਰੂਪ ਵਿੱਚ ਮਹਿਸੂਸ ਕਰਦੀਆਂ ਹਨ। ਰੂਹਾਨੀ ਸ਼ਕਤੀਆਂ ਅਜਿਹੀਆਂ ਸੁਹਾਗਣਾਂ ਦੁਆਰਾ ਸਥੂਲ ਰੂਪ ਵਿੱਚ ਮਹਿਸੂਸ ਕੀਤੀਆਂ ਜਾਂਦੀਆਂ ਹਨ। ਸੁਹਾਗਣਾਂ ਨੂੰ ਕਈ ਤਰ੍ਹਾਂ ਦੇ ਰੂਹਾਨੀ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਹਨ। ਜਦ ਸੁਹਾਗਣਾਂ ਸਮਾਧੀ ਵਿੱਚ ਬੈਠ ਕੇ ਲੰਮੇ ਸਮੇਂ ਲਈ ਨਾਮ ਸਿਮਰਨ ਕਰਦੀਆਂ ਹਨ ਤਾਂ ਉਹਨਾਂ ਤੇ ਸੁੰਨ ਸਮਾਧੀ ਦੇ ਗੁਰਪ੍ਰਸਾਦ ਦੀ ਬਖਸ਼ਿਸ਼ ਹੁੰਦੀ ਹੈ। ਹਿਰਦਾ ਮਨ ਅਤੇ ਰੂਹ
ਪੂਰਨ ਸ਼ਾਂਤੀ ਵਿੱਚ ਚਲੇ ਜਾਂਦੇ ਹਨ। ਗੁਰਬਾਣੀ ਵਿੱਚ ਸੁਨ ਸਮਾਧੀ ਨੂੰ ਮਹਾਪਰਮਾਰਥ ਕਿਹਾ ਗਿਆ ਹੈ। ਸੁਨ ਸਮਾਧ ਮਹਾਪਰਮਾਰਥ। ਸਮਾਧੀ ਅਤੇ ਸੁਨ ਸਮਾਧੀ ਵਿੱਚ ਬੈਠ ਕੇ ਜਦ ਨਾਮ ਅਭਿਆਸ ਕੀਤਾ ਜਾਂਦਾ ਹੈ ਤਾਂ ਇਹ ਸੇਵਾ ਸਿੱਧੀ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ। ਸਮਾਧੀ ਅਤੇ ਸੁਨ ਸਮਾਧੀ ਵਿੱਚ ਬੈਠ ਕੇ ਜਦ ਨਾਮ ਅਭਿਆਸ ਕੀਤਾ ਜਾਂਦਾ ਹੈ ਤਾਂ ਮਨ ਚਿੰਦਿਆ ਜਾਂਦਾ ਹੈ, ਮਨ ਖਤਮ ਹੋ ਜਾਂਦਾ ਹੈ। ਪਰਮ ਜੋਤ ਪੂਰਨ ਪ੍ਰਕਾਸ਼ ਦੋ ਹਿਰਦੇ ਵਿੱਚ ਪ੍ਰਗਟ ਹੋ ਜਾਣ ਨਾਲ ਹਿਰਦਾ ਪਾਵਨ ਹੋ ਕੇ ਪੂਰਨ ਸਚਿਆਰੀ ਰਹਿਤ ਵਿੱਚ ਆ ਜਾਂਦਾ ਹੈ। ਨਾਮ ਰੋਮ ਰੋਮ ਵਿੱਚ ਭਰਪੂਰ ਹੋ ਜਾਂਦਾ ਹੈ, ਰੋਮ ਰੋਮ ਨਾਮ ਵਿੱਚ ਲੀਨ ਹੋ ਜਾਂਦਾ ਹੈ। ਸਾਰੀ ਦੇਹੀ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੀ ਹੈ ਅਤੇ ਅੰਮ੍ਰਿਤ ਦੇਹੀ ਵਿੱਚੋਂ ਫੁੱਟ ਫੁੱਟ ਕੇ ਨਿਕਲਣ ਦਸੋਂ ਦਿਸ਼ਾ ਵਿੱਚ ਵਹਿਣ ਲੱਗ ਪੈਂਦਾ ਹੈ। ਪੰਜੇ ਇੰਦਰੀਆਂ ਪਰਮ ਜੋਤ ਪੂਰਨ ਪ੍ਰਕਾਸ਼ ਅਧੀਨ ਪੂਰਨ ਦਰਗਾਹੀ ਹੁਕਮ ਵਿੱਚ ਆ ਜਾਂਦੀਆਂ ਹਨ ਅਤੇ ਐਸੀ ਕਥਾ ਪ੍ਰਗਟ ਹੋ ਜਾਂਦੀ ਹੈ। ਐਸੇ ਹਿਰਦੇ ਅਤੇ ਰੂਹ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੋ ਜਾਂਦਾ ਹੈ ਅਤੇ ਇਸ ਕਹੀ ਗਈ ਅਚਰਜ ਕਥਾ ਦਾ ਜਨਮ ਹੁੰਦਾ ਹੈ। ਪੂਰਨ ਬ੍ਰਹਮ ਗਿਆਨੀ ਜਨਮ ਲੈਂਦਾ ਹੈ। ਪੂਰਨ ਬ੍ਰਹਮ ਗਿਆਨੀ ਪ੍ਰਮਾਤਮਾ ਦੀ ਮਹਿਮਾ ਦੇ ਸੁੰਦਰ ਰੂਪ ਵਿੱਚ ਪ੍ਰਗਟ ਹੁੰਦਾ ਹੈ। ਜਦ ਅਸੀਂ ਰੂਹਾਨੀਅਤ ਦੀ ਇਸ ਅਵਸਥਾ ਵਿੱਚ ਪਹੁੰਚਦੇ ਹਾਂ ਤਾਂ ਸਾਡੀਆਂ ਸਾਰੀਆਂ ਮਾਨਸਿਕ ਬਿਮਾਰੀਆਂ ਗਾਇਬ ਹੋ ਜਾਂਦੀਆਂ ਹਨ ਅਤੇ ਅੱਗੇ ਇਸ ਦੇ ਫਲਸਰੂਪ ਸਾਡਾ ਮਨ ਅਤੇ ਅੰਦਰ ਪੂਰੀ ਤਰ੍ਹਾਂ ਸਾਫ਼ ਅਤੇ ਸਾਡੇ ਇਹਨਾਂ ਦੁਸ਼ਮਣਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼, ਨਿੰਦਿਆ, ਚੁਗਲੀ ਅਤੇ ਬਖੀਲੀ ਦੀਆਂ ਵਿਨਾਸ਼ਕਾਰੀ ਸ਼ਕਤੀਆਂ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ। ਨਾਮ ਅਮੋਲਕ ਹੀਰਾ ਹੈ। ਨਾਮ ਗੁਰਪ੍ਰਸਾਦ ਹੈ। ਨਾਮ ਸਿਮਰਨ ਗੁਰਪ੍ਰਸਾਦ ਹੈ। ਨਾਮ ਦੀ ਕਮਾਈ ਗੁਰਪ੍ਰਸਾਦ ਹੈ। ਪੂਰਨ ਬੰਦਗੀ ਗੁਰਪ੍ਰਸਾਦ ਹੈ। ਸੇਵਾ, ਪਰਉਪਕਾਰ ਅਤੇ ਮਹਾਪਰਉਪਕਾਰ ਗੁਰਪ੍ਰਸਾਦ ਹੈ। ਇਸ ਲਈ ਕੇਵਲ ਨਾਮ ਦਾਨ ਨਾ ਮੰਗੋ ਜੀ, ਮੰਗਣਾ ਹੈ ਤਾਂ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ, ਪਰਉਪਕਾਰ, ਮਹਾਪਰਉਪਕਾਰ ਦਾ ਗੁਰਪ੍ਰਸਾਦ ਮੰਗੋ ਜੀ। ਸੇਵਾ ਤੋਂ ਬਗੈਰ ਬੰਦਗੀ ਕਦੇ ਵੀ ਪੂਰਨ ਨਹੀਂ ਹੁੰਦੀ ਹੈ ਅਤੇ ਸੇਵਾ ਪਰਉਪਕਾਰ ਹੈ ਅਤੇ ਮਹਾਪਰਉਪਕਾਰ ਦਾ ਗੁਰਪ੍ਰਸਾਦ ਹੈ। ਇਸ ਮਹਾਨ ਗੁਰਪ੍ਰਸਾਦ ਦੀ ਪ੍ਰਾਪਤੀ ਇਹੋ ਜਿਹੀਆਂ ਰੂਹਾਂ ਦੀ ਸੰਗਤ ਵਿੱਚ ਪ੍ਰਾਪਤ ਹੁੰਦੀ ਹੈ ਜਿਹੜੀਆਂ ਸਾਧ, ਪੂਰਨ ਸੰਤ, ਪੂਰਨ ਬ੍ਰਹਮ ਗਿਆਨੀ ਸਤਿਗੁਰੂ ਬਣ ਗਈਆਂ ਹਨ। ਇਹ ਆਪ ਜੀ ਦੇ ਜੀਵਨ ਵਿੱਚ ਇਹੋ ਜਿਹਾ ਸਮਾਂ ਹੁੰਦਾ ਹੈ ਜਦੋਂ ਸੱਚਖੰਡ ਦੀ ਯਾਤਰਾ, ਸਾਡੇ ਪਿਆਰੇ ਪਾਰ ਬ੍ਰਹਮ ਪਰਮੇਸ਼ਰ ਨੂੰ ਮਿਲਣ ਦੀ ਯਾਤਰਾ ਸ਼ੁਰੂ ਹੁੰਦੀ ਹੈ। ਤਦ ਹੀ ਇਸ ਨੂੰ ਗੁਰਪ੍ਰਸਾਦ ਖੇਡ ਕਿਹਾ ਗਿਆ ਹੈ। ਇਹ ਖੇਡ ਸਾਡੇ ਮਨ ਵਿੱਚ ਸਾਧ ਦੁਆਰਾ ਨਾਮ ਦਾ ਬੂਟਾ ਲਗਾਉਣ ਨਾਲ ਸ਼ੁਰੂ ਹੁੰਦੀ ਹੈ। ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ ਇਹੋ ਜਿਹੀ ਰੂਹ ਹੈ ਜੋ ਆਪ ਅਕਾਲ ਪੁਰਖ ਵਿੱਚ ਅਭੇਦ ਹੋ ਗਿਆ ਹੈ ਅਤੇ ਸੰਗਤ ਨੂੰ ਗੁਰਪ੍ਰਸਾਦੀ ਨਾਮ ਦੇ ਕੇ ਉਸ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਦਾ ਹੈ। ਸੰਗਤ ਨੂੰ ਜੀ ਦਾਨ ਦੇਵੇ, ਨਾਮ ਦਾਨ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦ ਦੇ ਕੇ ਧੰਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਨਾਲ ਜੋੜਨ ਦੀ ਬਖਸ਼ਿਸ਼ ਕਰਦਾ ਹੈ। ਇਸ ਗੁਰ ਕਿਰਪਾ ਨੂੰ ਹੀ ਮਹਾਪਰਉਪਕਾਰ ਕਿਹਾ ਗਿਆ ਹੈ। ਕੋਈ ਵੀ ਪੂਰੀ ਤਰ੍ਹਾਂ ਸਾਧ ਦੀ ਵਿਆਖਿਆ ਨਹੀਂ ਕਰ ਸਕਦਾ ਕਿਉਂਕਿ ਅਜਿਹੀਆਂ ਰੂਹਾਂ ਅਕਾਲ ਪੁਰਖ ਨਾਲ ਇੱਕ ਬਣ ਜਾਂਦੀਆਂ ਹਨ ਅਤੇ ਉਹਨਾਂ ਦੀ ਮਹਿਮਾ ਐਸੀ ਬੇਅੰਤ ਕਿਸੇ ਮਾਪ ਤੋਲ ਤੋਂ ਪਰੇ ਹੈ ਅਤੇ ਐਸੀ ਅਵਿਖਿਆਤ ਹੈ ਜੈਸਾ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਆਪ ਹੈ। ਸਾਧ ਕੈ ਸੰਗ ਅਗੋਚਰ ਮਿਲੈ, ਸਾਧ ਕੈ ਸੰਗ ਸਦਾ ਪ੍ਰਫੁੱਲੈ, ਸਾਧ ਕੈ ਸੰਗ ਆਵੇ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਭੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੈ ਸੰਗ ਮਨੋਹਰ ਬੈਨ, ਸਾਧ ਕੈ ਸੰਗ ਨਾ ਕਤਹੂ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੁਪ੍ਰਸੰਨ। ਅਗੋਚਰ ਤੋਂ ਭਾਵ ਹੈ ਜਿਹੜਾ ਸਾਡੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਅਗੋਚਰ ਦਾ ਭਾਵ ਹੈ ਜੋ ਸਾਡੀਆਂ ਪੰਜ ਗਿਆਨ ਇੰਦਰੀਆਂ ਦੇ ਨਾਲ ਨਾ ਹੀ ਵੇਖਿਆ ਜਾ ਸਕਦਾ ਹੈ, ਨਾ ਹੀ ਮਹਿਸੂਸ ਕੀਤਾ ਜਾ ਸਕਦਾ ਹੈ, ਨਾ ਹੀ ਅਨੁਭਵ ਕੀਤਾ ਜਾ ਸਕਦਾ ਹੈ। ਅਗੋਚਰ ਦਾ ਭਾਵ ਹੈ ਜੋ ਤ੍ਰੈ ਗੁਣ ਮਾਇਆ ਤੋਂ ਪਰੇ ਹੈ। ਐਸੀ ਪਰਮ ਸ਼ਕਤੀ ਜੋ ਤ੍ਰੈ ਗੁਣ ਮਾਇਆ ਤੋਂ ਪਰੇ ਹੈ, ਇਸ ਲਈ ਪੰਜ ਗਿਆਨ ਇੰਦਰੀਆਂ ਨਾਲ ਨਹੀਂ ਅਨੁਭਵ ਕੀਤੀ ਜਾ ਸਕਦੀ। ਇਹ ਅਪਰੰਪਰ ਪਰਮ ਸ਼ਕਤੀ ਜੋ ਸਰਵ ਵਿਆਪਕ ਹੈ ਉਹ ਅਗੋਚਰ ਹੈ ਅਤੇ ਉਹ ਹੈ ਪਰਿਪੂਰਨ ਪਾਰ ਬ੍ਰਹਮ ਪਰਮੇਸ਼ਰ ਦਾ ਨਿਰਗੁਣ ਸਰੂਪ। ਅਸੀਂ ਇਸ ਪਰਮ ਸ਼ਕਤੀ ਨੂੰ ਕਿੱਥੇ ਅਤੇ ਕਿਵੇਂ ਅਨੁਭਵ ਕਰ ਸਕਦੇ ਹਾਂ? ਕਿਵੇਂ ਇਸ ਪਰਮ ਸ਼ਕਤੀ ਨੂੰ ਮਿਲ ਸਕਦੇ ਹਾਂ?
ਕਿਵੇਂ ਇਸ ਪਰਮ ਸ਼ਕਤੀ ਨਿਰਗੁਣ ਸਰੂਪ ਵਿੱਚ ਅਭੇਦ ਹੋ ਕੇ ਆਪਣਾ ਇਸ ਦੁਰਲਭ ਮਨੁੱਖੀ ਜੀਵਨ ਦਾ ਟੀਚਾ ਪੂਰਾ ਕਰਕੇ ਜੀਵਨ ਮੁਕਤੀ ਦੀ ਪ੍ਰਾਪਤੀ ਕਰ ਸਕਦੇ ਹਾਂ। ਸਾਧ ਸੰਤ ਬ੍ਰਹਮ ਗਿਆਨੀ ਸਤਿਗੁਰ ਦੀ ਸੰਗਤ ਵਿੱਚ ਹੀ ਅਸੀਂ ਆਪਣੇ ਇਸ ਜੀਵਨ ਮੁਕਤੀ ਪ੍ਰਾਪਤ ਕਰਨ ਦੇ ਟੀਚੇ ਨੂੰ ਪੂਰਾ ਕਰ ਸਕਦੇ ਹਾਂ। ਅਜਿਹੀਆਂ ਰੂਹਾਂ ਦੀ ਸੰਗਤ ਨਾਲ ਅਸੀਂ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀਆਂ ਰੂਹਾਨੀ ਸ਼ਕਤੀਆਂ ਦਾ ਅਨੁਭਵ ਕਰ ਸਕਦੇ ਹਾਂ ਅਤੇ ਮਾਨ ਸਰੋਵਰ ਵਿੱਚ ਡੁੱਬੀ ਲਾ ਕੇ ਸਾਰੇ ਅਨਾਦ ਰੂਹਾਨੀ ਦਰਗਾਹੀ ਖਜ਼ਾਨਿਆਂ ਦਾ ਬਖਸ਼ਿਸ਼ ਪ੍ਰਾਪਤ ਕਰ ਸਕਦੇ ਹਾਂ। ਇੱਕ ਵਾਰ ਜਦੋਂ ਅਸੀਂ ਇਹ ਅਜਿਹਾ ਕਰਦੇ ਹਾਂ ਤਦ ਅਸੀਂ ਆਪਣੇ ਮਨ ਅਤੇ ਰੂਹ ਵਿੱਚ ਅਨਾਦ ਪਰਮ ਆਨੰਦ ਅਤੇ ਅਨਾਦ ਪਰਮ ਸ਼ਾਂਤੀ ਦੀ ਪ੍ਰਾਪਤੀ ਕਰ ਲੈਂਦੇ ਹਾਂ। ਅਸੀਂ ਸਾਧ ਦੀ ਸੰਗਤ ਵਿੱਚ 5 ਦੂਤਾਂ ਤੇ ਕਾਬੂ ਪਾਉਣ ਦੇ ਯੋਗ ਹੋ ਜਾਂਦੇ ਹਾਂ। ਇਸ ਤਰ੍ਹਾਂ ਕਰਨ ਨਾਲ ਅਸੀਂ ਅੰਮ੍ਰਿਤ ਰਸ ਦਾ ਸਵਾਦ ਮਾਣਦੇ ਹਾਂ। ਇਸ ਤੋਂ ਭਾਵ ਹੈ ਕਿ ਜਦ ਸਮਾਧੀ ਵਿੱਚ ਜਾਂਦੇ ਹਾਂ ਤਾਂ ਲਗਾਤਾਰ ਅੰਮ੍ਰਿਤ ਰਸ ਦਾ ਆਨੰਦ ਮਾਣਦੇ ਹਾਂ। ਜਦ ਬੰਦਗੀ ਪੂਰਨ ਕਰਕੇ ਪੂਰਨ ਸਹਿਜ ਸਮਾਧੀ ਵਿੱਚ ਸਦਾ ਲਈ ਸਥਿਤ ਹੋ ਜਾਂਦੇ ਹਾਂ ਤਾਂ ਅੰਮ੍ਰਿਤ ਰਸ ਪਰਮ ਆਨੰਦ ਦੀ ਪੂਰਨ ਅਵਸਥਾ ਦੀ ਪ੍ਰਾਪਤੀ ਕਰ ਪੰਜ ਸ਼ਬਦ ਅਨਹਦ ਨਾਦ ਅਖੰਡ ਕੀਰਤਨ ਦਸਮ ਦੁਆਰ ਵਿੱਚ ਸਦਾ ਲਈ ਸੁਣਨ ਲੱਗ ਪੈਂਦੇ ਹਾਂ। ਤੁਹਾਡੇ ਵਿੱਚੋਂ ਕੁਝ ਰੂਹਾਂ ਜਿਨ੍ਹਾਂ ਨੇ ਪਹਿਲਾਂ ਹੀ ਇਸ ਰੂਹਾਨੀ ਅਵਸਥਾ ਦੀ ਪ੍ਰਾਪਤੀ ਕਰ ਲਈ ਹੈ ਅਤੇ ਸਦਾ ਸੁਹਾਗਣ ਬਣ ਗਈਆਂ ਹਨ, ਉਹਨਾਂ ਪਹਿਲਾਂ ਹੀ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਹੋਂਦ ਨੂੰ ਅੰਮ੍ਰਿਤ ਰਸ ਰਾਹੀਂ ਸਮਾਧੀ ਵਿੱਚ ਨਾਮ ਸਿਮਰਨ ਕਰਦਿਆਂ ਮਹਿਸੂਸ ਕੀਤਾ ਹੈ। ਉਹ ਸਦਾ ਲਈ ਆਤਮ ਰਸ ਅੰਮ੍ਰਿਤ ਪੂਰਨ ਬ੍ਰਹਮ ਗਿਆਨੀ ਪੂਰਨ ਤਤ ਗਿਆਨ ਦੀਆਂ ਬਖਸ਼ਿਸ਼ਾਂ ਪ੍ਰਾਪਤ ਕਰ ਜੀਵਨ ਮੁਕਤ ਹੋ ਗਏ ਹਨ, ਅਕਾਲ ਪੁਰਖ ਵਿੱਚ ਅਭੇਦ ਹੋ ਗਏ ਹਨ। ਉਹ ਇਸ ਇਲਾਹੀ ਆਨੰਦ ਨੂੰ ਮਾਣ ਰਹੇ ਹਨ। ਐਸੇ ਸੁੰਦਰ ਰੂਹਾਨੀ ਅਨੁਭਵ ਸੁਹਾਗਣਾ ਅਤੇ ਸਦਾ ਸੁਹਾਗਣਾ ਦੀ ਸੰਗਤ ਵਿੱਚ ਵਾਪਰਦੇ ਹਨ। ਜਦ ਗੁਰਪ੍ਰਸਾਦ ਦੀ ਪ੍ਰਾਪਤੀ ਨਾਲ ਸਾਡੀ ਬੰਦਗੀ ਕਰਮ ਖੰਡ ਵਿੱਚ ਜਾਂਦੀ ਹੈ ਤਾਂ ਅਸੀਂ ਸੁਹਾਗਣ ਬਣਦੇ ਹਾਂ। ਜਦ ਅਸੀਂ ਆਪਣੇ ਸਾਧ ਸਤਿਗੁਰੂ ਦੀ ਅਸੀਸ ਬਖਸ਼ਿਸ਼ ਰਾਹੀਂ ਪਰਮਾਤਮਾ ਦੀ ਸੁਹਾਗਣ ਦੇ ਤੌਰ ਤੇ ਸਵੀਕਾਰੇ ਜਾਂਦੇ ਹਾਂ, ਜਦ ਸਾਡਾ ਅਕਾਲ ਪੁਰਖ ਨਾਲ ਕਾਰਜ ਪੂਰਾ ਹੁੰਦਾ ਹੈ, ਜਦ ਸਾਡੀ ਬੰਦਗੀ ਦਰਗਾਹ ਵਿੱਚ ਪ੍ਰਵਾਨ ਚੜ੍ਹਦੀ ਹੈ ਤਾਂ ਅਸੀਂ ਸਦਾ ਸੁਹਾਗਣ ਬਣ ਜਾਂਦੇ ਹਾਂ। ਤਦ ਅਸੀਂ ਸੱਚਖੰਡ ਵਿੱਚ ਨਿਕਲਦੇ ਹਾਂ। ਸਾਡਾ ਹਿਰਦਾ ਪੂਰਨ ਸੱਚਿਆਰੀ ਰਹਿਤ ਵਿੱਚ ਆ ਜਾਂਦਾ ਹੈ। ਐਸਾ ਹਿਰਦਾ ਹੀ ਸੱਚਖੰਡ ਬਣ ਜਾਂਦਾ ਹੈ। ਐਸਾ ਹਿਰਦਾ ਹੀ ਗੁਰਦੁਆਰਾ ਬਣ ਜਾਂਦਾ ਹੈ ਅਤੇ ਇਸ ਹਿਰਦੇ ਵਿੱਚ ਅਕਾਲ ਪੁਰਖ ਆਪ ਪ੍ਰਗਟ ਹੁੰਦਾ ਹੈ। ਜਦ ਅਸੀਂ ਇੰਨਾ ਸੁਹਾਗਣਾ ਅਤੇ ਸਦਾ ਸੁਹਾਗਣਾ ਦੀ ਸੰਗਤ ਵਿੱਚ ਸ਼ਾਮਲ ਹੁੰਦੇ ਹਾਂ ਤਾਂ ਅਸੀਂ ਆਪਣੇ ਹਉਮੈ ਨੂੰ ਮਾਰਨਾ ਸਿੱਖਦੇ ਹਾਂ। ਗਰੀਬੀ ਵੇਸ ਹਿਰਦੇ ਦੀ ਸਿਰਜਣਾ ਹੁੰਦੀ ਹੈ। ਹਿਰਦਾ ਬੇਅੰਤ ਨਿਮਰਤਾ ਵਿੱਚ ਚਲਾ ਜਾਂਦਾ ਹੈ ਅਤੇ ਆਪਣੇ ਹਉਮੈ ਨੂੰ ਮਾਰ ਕੇ ਅਸੀਂ ਬੜੇ ਹੀ ਨਿਮਾਣੇ ਬਣ ਜਾਂਦੇ ਹਾਂ। ਅਸੀਂ ਹਰ ਇੱਕ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਾਂ। ਅਸੀਂ ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣ ਜਾਂਦੇ ਹਾਂ। ਗਰੀਬੀ ਵੇਸ ਹਿਰਦਾ ਅਤੇ ਹਿਰਦੇ ਵਿੱਚ ਬੇਅੰਤ ਨਿਮਰਤਾ ਦੀ ਦਰਗਾਹ ਦੀ ਕੁੰਜੀ ਹੈ। ਸਾਰੀ ਸ੍ਰਿਸ਼ਟੀ ਦੇ ਚਰਨਾਂ ਦੀ ਧੂੜ ਬਣਿਆ ਹਿਰਦਾ ਹੀ ਪੂਰਨ ਸੱਚਿਆਰੀ ਰਹਿਤ ਵਿੱਚ ਜਾ ਕੇ ਸਦਾ ਸੁਹਾਗ ਦੀ ਪ੍ਰਾਪਤੀ ਕਰਦਾ ਹੈ। ਐਸਾ ਹਿਰਦਾ ਹੀ ਹੈ ਜੋ ਸਦਾ ਸੁਹਾਗਣ ਹੈ, ਜੋ ਇੱਕ ਪੂਰਨ ਸੰਤ ਹੈ। ਇੱਕ ਸੰਤ ਸਾਰੇ ਬ੍ਰਹਮੰਡ ਦੇ ਚਰਨਾਂ ਦੀ ਧੂੜ ਵਿੱਚ ਰਹਿੰਦਾ ਹੈ ਅਤੇ ਇਸ ਗੁਣ ਕਾਰਨ ਆਤਮ ਰਸ ਅੰਮ੍ਰਿਤ ਦਾ ਆਨੰਦ ਮਾਣਦਾ ਹੈ। ਆਤਮ ਰਸ ਅੰਮ੍ਰਿਤ ਹੀ ਆਨੰਦ ਦੀ ਸਭ ਤੋਂ ਉੱਚਤਮ ਅਵਸਥਾ ਹੈ ਅਤੇ ਅਨਾਦ ਸਦਾ ਸਦਾ ਲਈ ਪਰਮ ਆਨੰਦ ਹੈ। ਇੱਕ ਕਦੀ ਨਾ ਖਤਮ ਹੋਣ ਵਾਲਾ ਅਨਾਦ ਪਰਮ ਆਨੰਦ ਸਤ ਚਿਤ ਆਨੰਦ ਹੀ ਪਰਮਾਤਮਾ ਦਾ ਆਨੰਦ ਰੂਪ ਹੈ। ਇਸ ਲਈ ਅਤ ਨਿਮਰਤਾ ਅਕਾਲ ਪੁਰਖ ਦੀ ਦਰਗਾਹ ਦੀ ਕੁੰਜੀ ਹੈ ਅਤੇ ਸੱਚਖੰਡ ਦੀ ਕੁੰਜੀ ਹੈ। ਇਹ ਸਤ ਚਿਤ ਆਨੰਦ ਦੀ ਦਰਗਾਹੀ ਬਖਸ਼ਿਸ਼ ਕੇਵਲ ਉਦੋਂ ਵਾਪਰਦੀ ਹੈ ਜਦ ਸਾਡੀ ਹਉਮੈ ਪੂਰੀ ਤਰ੍ਹਾਂ ਮਰ ਜਾਂਦੀ ਹੈ ਅਤੇ ਕੇਵਲ ਸੁਹਾਗਣਾ ਅਤੇ ਸਦਾ ਸੁਹਾਗਣਾ ਦੀ ਸੰਗਤ ਵਿੱਚ ਗੁਰ ਕਿਰਪਾ ਗੁਰ ਪ੍ਰਸਾਦ ਨਾਲ ਵਾਪਰਦਾ ਹੈ। ਜਦ ਅਸੀਂ ਅਜਿਹੀ ਨਿਮਰਤਾ ਆਪਣੀ ਹਉਮੈ ਨੂੰ ਮਾਰ ਕੇ ਪ੍ਰਾਪਤ ਕਰ ਲੈਂਦੇ ਹਾਂ ਤਾਂ ਅਸੀਂ ਨਿਰਵੈਰ ਬਣ ਜਾਂਦੇ ਹਾਂ। ਸਾਡਾ ਕਿਸੇ ਨਾਲ ਕੋਈ ਵੈਰ ਨਹੀਂ ਰਹਿੰਦਾ। ਅਸੀਂ ਵੈਰੀ ਮਿੱਤਰ ਸਭ ਨਾਲ ਇੱਕੋ ਜਿਹੇ ਵਰਤਦੇ ਹਾਂ। ਜਿਸ ਤਰ੍ਹਾਂ ਅਸੀਂ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਹਾਂ, ਅਸੀਂ ਕਿਸੇ ਨੂੰ ਵੀ ਕੋਈ ਦੁੱਖ ਕਸ਼ਟ ਨਹੀਂ ਪਹੁੰਚਾਉਂਦੇ। ਅਸੀਂ ਹਮੇਸ਼ਾ ਮਿੱਠੇ ਬੋਲ ਬੋਲਦੇ ਹਾਂ, ਜਿਹੜਾ ਕਿ ਅਕਾਲ ਪੁਰਖ ਦਾ ਇੱਕ ਮਹੱਤਵਪੂਰਨ ਗੁਣ ਹੈ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਇਸ ਪੱਧਰ ਤੇ ਇਸ ਅਵਸਥਾ ਤੇ ਸਾਡੇ ਸ਼ਬਦ ਸਾਡੇ ਬਚਨ ਦੂਸਰਿਆਂ ਲਈ ਅਸਚਰਜ ਭਰਪੂਰ ਹੋ ਜਾਂਦੇ ਹਨ। ਸਾਡੇ ਸ਼ਬਦ ਸਾਡੇ ਬਚਨਾਂ ਵਿੱਚ ਕ੍ਰਾਂਤੀ ਆ ਜਾਂਦੀ ਹੈ। ਸਾਡੇ ਬਚਨਾਂ ਵਿੱਚ ਰੂਹਾਨੀ ਸ਼ਕਤੀ ਆ ਜਾਂਦੀ ਹੈ। ਸਾਡੇ ਬਚਨ ਅਸਰਦਾਇਕ ਹੋ ਜਾਂਦੇ ਹਨ ਅਤੇ ਸੁਣਨ ਵਾਲੇ ਦਾ ਹਿਰਦਾ ਭੇਦ ਕੇ ਉਸ ਵਿੱਚ ਨਾਮ ਅਤੇ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਹਨ।
ਲੋਕ ਇਹਨਾਂ ਸ਼ਬਦਾਂ, ਇਹਨਾਂ ਬਚਨਾਂ ਨੂੰ ਸੁਣਨਾ ਪਸੰਦ ਕਰਦੇ ਹਨ, ਇਹਨਾਂ 'ਤੇ ਅਮਲ ਕਰਦੇ ਹਨ। ਇਹ ਇੱਕ ਸੰਤ ਹਿਰਦੇ ਦੀ ਨਿਸ਼ਾਨੀ ਹੈ। ਐਸੇ ਬਚਨ ਸੁਣ ਕੇ ਹਿਰਦਾ ਸ਼ਾਂਤੀ ਨਾਲ ਭਰਪੂਰ ਹੋ ਜਾਂਦਾ ਹੈ। ਇਸ ਤਰ੍ਹਾਂ ਅਸੀਂ ਇੱਕ ਸੰਤ ਨੂੰ ਪਹਿਚਾਣ ਸਕਦੇ ਹਾਂ। ਸੁਹਾਗਣਾ ਅਤੇ ਸਦਾ ਸੁਹਾਗਣਾ ਦੀ ਸੰਗਤ ਵਿੱਚ ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਮਨ ਦੇ ਅੰਦਰ ਸਿਮਰਨ ਚੱਲਣਾ ਸ਼ੁਰੂ ਹੋ ਜਾਂਦਾ ਹੈ। ਸਾਧ ਦੀ ਸੰਗਤ ਵਿੱਚ ਸਾਡਾ ਮਨ ਸਥਿਰ ਹੋ ਜਾਂਦਾ ਹੈ। ਇਹ ਮਾਨਸਿਕ ਦੁਸ਼ਮਣਾਂ ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਨਿੰਦਿਆ, ਚੁਗਲੀ, ਬਖੀਲੀ, ਰਾਜ, ਜੋਬਨ, ਧਨ, ਮਾਲ, ਸ਼ਬਦ, ਸਪਰਸ਼ ਦੁਆਰਾ ਵਿਚਲਿਤ ਨਹੀਂ ਹੁੰਦਾ। ਇਹ ਸਾਡੇ ਦੁਆਲੇ ਕੋਈ ਅਸਤ ਕਾਰਜ ਵਾਪਰਨ ਨਾਲ ਵਿਚਲਿਤ ਨਹੀਂ ਹੁੰਦਾ। ਐਸੀ ਸਤਕਰਮਾਂ ਅਤੇ ਅਸਤ ਕਰਮਾਂ ਵਿੱਚ ਫਰਕ ਪਹਿਚਾਨਣ ਦੇ ਯੋਗ ਹੋ ਜਾਂਦੇ ਹੈ। ਅਸੀਂ ਕੋਈ ਵੀ ਅਸਤ ਕਰਮ ਕਰਨ ਤੋਂ ਰੁਕ ਜਾਂਦੇ ਹਾਂ। ਸਾਡੀ ਕਰਨੀ ਸਤ ਦੀ ਕਰਨੀ ਹੋ ਜਾਂਦੀ ਹੈ। ਸਾਡਾ ਮਨ ਹਮੇਸ਼ਾ ਲਈ ਅਕਾਲ ਪੁਰਖ ਦੇ ਚਰਨ ਕਮਲਾਂ ਵਿੱਚ ਲੀਨ ਹੋ ਜਾਂਦਾ ਹੈ, ਨਾਮ ਵਿੱਚ ਲੀਨ ਹੋ ਜਾਂਦਾ ਹੈ। ਅਸੀਂ ਕੋਈ ਵੀ ਅਜਿਹਾ ਕਰਮ ਨਹੀਂ ਕਰਦੇ ਜਿਹੜਾ ਸਾਨੂੰ ਅੰਮ੍ਰਿਤ ਤੋਂ ਵਾਂਝਾ ਕਰ ਦੇਵੇ। ਇਹੀ ਹੀ ਸਾਧ ਦੀ ਮਹਿਮਾ ਹੈ। ਸਾਧ ਦੀ ਸੰਗਤ ਵਿੱਚ ਅਸੀਂ ਸੰਸਾਰਿਕ ਪੁਚਲਾਵੇ ਤੋਂ, ਮਾਇਆ ਦੇ ਭਰਮਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ। ਸਾਡਾ ਮਨ ਸਥਿਰ ਹੁੰਦਾ ਹੈ ਅਤੇ ਅਕਾਲ ਪੁਰਖ ਵਿੱਚ ਲੀਨ ਰਹਿੰਦਾ ਹੈ। ਇਹ ਸਰਵ ਸ਼ਕਤੀਮਾਨ ਪਰਿਪੂਰਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੀ ਸਭ ਤੋਂ ਉੱਤਮ ਸੇਵਾ ਹੈ। ਇਸ ਸੇਵਾ ਦਾ ਸਦਕਾ ਉਹ ਧੰਨ ਧੰਨ ਪਾਰਬ੍ਰਹਮ ਪਿਤਾ ਪਰਮੇਸ਼ਰ ਸਾਡੇ ਉੱਪਰ ਟੁੱਟਦਾ ਹੈ ਅਤੇ ਸਾਡੇ ਉੱਪਰ ਆਪਣੀ ਸਦਾ ਦਿਆਲਤਾ, ਰਹਿਮਤਾਂ ਦੀ ਭਰਪੂਰ ਵਰਖਾ ਕਰ ਸਾਨੂੰ ਗੁਰਪ੍ਰਸਾਦ ਦੀ ਬਖਸ਼ਿਸ਼ ਕਰ ਦਿੰਦਾ ਹੈ। ਸਾਧ ਸੰਗ ਦੁਸ਼ਮਣ ਸਭ ਮੀਤ, ਸਾਧੂ ਕੈ ਸੰਗ ਮਹਾ ਪੁਨੀਤ। ਸਾਧ ਸੰਗ ਕਿਸਿਓ ਨਹੀਂ ਬੈਰ, ਸਾਧ ਕੇ ਸੰਗ ਨਾ ਭੀਗਾ ਪੈਰ। ਸਾਧ ਕੇ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾने परमानंदा। साध के संग नाही अहुताप, साध के संग तजे सब आप। आपे जाने साध बढ़ाई, नानक साध प्रभु बनाई। ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਅਸੀਂ ਇੱਕ ਸਾਧ ਹਿਰਦਾ, ਸਦਾ ਸੁਹਾਗਣਾ ਅਤੇ ਸੁਹਾਗਣ ਬਣ ਜਾਂਦੇ ਹਾਂ, ਜਿਹੜੀਆਂ ਅੰਮ੍ਰਿਤ ਦਾ ਆਨੰਦ ਅਤੇ ਆਤਮ ਰਸ ਦਾ ਆਨੰਦ ਨਿਰੰਤਰ ਮਾਣਦੀਆਂ ਹਨ ਅਤੇ ਸਾਡੀ ਰੂਹ ਪੂਰੀ ਤਰ੍ਹਾਂ ਸਾਫ਼, ਜਨਮ ਜਨਮਾਂਤਰਾਂ ਦੇ ਕਰਮਾਂ ਦੇ ਬੋਝ ਤੋਂ ਮੁਕਤ ਹੋ ਕੇ ਸ਼ੁੱਧ ਅਤੇ ਪਵਿੱਤਰ ਬਣ ਜਾਂਦੀ ਹੈ। ਜਦ ਅਜਿਹਾ ਵਾਪਰਦਾ ਹੈ ਤਾਂ ਹਰ ਇੱਕ ਸਾਡੇ ਲਈ ਬਰਾਬਰ ਹੁੰਦਾ ਹੈ। ਹਿਰਦਾ ਇੱਕ ਦ੍ਰਿਸ਼ਟ ਬਣ ਜਾਂਦਾ ਹੈ। ਤਦ ਕੋਈ ਸਾਨੂੰ ਦੁਸ਼ਮਣ ਨਹੀਂ ਪਾਸਦਾ। ਹਰ ਇੱਕ ਹਿਰਦੇ ਵਿੱਚ ਅਕਾਲ ਪੁਰਖ ਦੀ ਜੋਤ ਦੇ ਦਰਸ਼ਨ ਪ੍ਰਤੀਤ ਹੁੰਦੇ ਹਨ। ਸਾਡੀ ਪ੍ਰੀਤ ਅਸੀਮ ਹੋ ਜਾਂਦੀ ਹੈ। ਸਾਡੀ ਪ੍ਰੀਤ ਬੇਅੰਤਤਾ ਵਿੱਚ ਚਲੇ ਜਾਂਦੀ ਹੈ। ਸਾਰੀ ਸ੍ਰਿਸ਼ਟੀ ਨਾਲ ਬੇਅੰਤ ਪਿਆਰ ਹੋ ਜਾਂਦਾ ਹੈ। ਅਸੀਂ ਹਰੇਕ ਪ੍ਰਾਣੀ ਨੂੰ ਬੇਅੰਤ ਪਿਆਰ ਕਰਨਾ ਸ਼ੁਰੂ ਕਰ ਦਿੰਦੇ ਹਾਂ। ਸਾਡੇ ਹਿਰਦੇ ਵਿੱਚ ਕੋਈ ਨਫ਼ਰਤ ਨਹੀਂ ਹੁੰਦੀ। ਨਫ਼ਰਤ, ਈਰਖਾ, ਦਵੇਸ਼ ਭਾਵਨਾ ਦਾ ਸਾਡੇ ਹਿਰਦੇ ਵਿੱਚੋਂ ਅੰਤ ਹੋ ਜਾਂਦਾ ਹੈ। ਬਸ ਪਿਆਰ ਹੀ ਪਿਆਰ ਹਰ ਜਗ੍ਹਾ ਪ੍ਰਗਟ ਹੁੰਦਾ ਹੈ। ਸਾਡੀਆਂ ਸਾਰੀਆਂ ਕਿਰਿਆਵਾਂ ਅਤੇ ਪ੍ਰਤੀਕਿਰਿਆਵਾਂ ਦੂਸਰਿਆਂ ਪ੍ਰਤੀ ਪਿਆਰ ਅਤੇ ਬਲੀਦਾਨ ਭਰੀਆਂ ਹੋ ਜਾਂਦੀਆਂ ਹਨ। ਇਸ ਬੇਅੰਤ ਪ੍ਰੀਤ ਦਾ ਸਦਕਾ ਹੀ ਸੰਤ ਮਹਾਂਪੁਰਖ ਸਾਰੀ ਲੋਕਾਈ ਦਾ ਜ਼ਹਿਰ ਪੀ ਕੇ ਅੰਮ੍ਰਿਤ ਦੇਣ ਵਿੱਚ ਆਪਣਾ ਸਾਰਾ ਜੀਵਨ ਅਰਪਣ ਕਰ ਦਿੰਦੇ ਹਨ। ਇਸ ਬੇਅੰਤ ਪ੍ਰੀਤ ਦਾ ਸਦਕਾ ਹੀ ਸੰਤ ਮਹਾਂਪੁਰਖ ਕਿਸੇ ਦੇ ਅਵਗੁਣ ਨਹੀਂ ਚਿਤਾਰਦੇ ਹਨ ਅਤੇ ਇਸ ਇਲਾਹੀ ਪ੍ਰੇਮ ਵਿੱਚ ਭਿੱਜੇ ਹੋਏ ਆਪਣਾ ਜੀਵਨ ਕੇਵਲ ਪਰਉਪਕਾਰ ਅਤੇ ਮਹਾਂਪਰਉਪਕਾਰ ਲਈ ਅਰਪਣ ਕਰ ਦਿੰਦੇ ਹਨ। ਇਹ ਇੱਕ ਦਰਗਾਹੀ ਸੱਤ ਹੈ ਕਿ ਇਹ ਸ੍ਰਿਸ਼ਟੀ ਕੇਵਲ ਸੰਤਾਂ ਮਹਾਂਪੁਰਖਾਂ ਦੇ ਸਿਰ ਉੱਪਰ ਹੀ ਚੱਲਦੀ ਹੈ। ਕੇਵਲ ਸੰਤ ਮਹਾਂਪੁਰਖ ਹੀ ਲੋਕਾਈ ਦੇ ਪਾਪਾਂ ਦੇ ਬੋਝ ਨੂੰ ਘੱਟ ਕਰਕੇ ਚੁੱਕ ਕੇ ਧਰਤੀ ਮਾਤਾ ਦੀ ਸੇਵਾ ਵਿੱਚ ਆਪਣਾ ਹੱਥ ਵਡਾਉਂਦੇ ਹਨ। ਸਾਰੀ ਸ੍ਰਿਸ਼ਟੀ ਦੀ ਸੇਵਾ ਵਿੱਚ ਲੀਨ ਰਹਿੰਦੇ ਹਨ। ਸਾਧ ਦੀ ਸੰਗਤ ਵਿੱਚ ਅਸੀਂ ਏਕ ਦ੍ਰਿਸ਼ਟ ਬਣ ਜਾਂਦੇ ਹਾਂ। ਭਾਵ ਅਸੀਂ ਹਰ ਇੱਕ ਨੂੰ ਇੱਕ ਨਜ਼ਰ ਨਾਲ ਦੇਖਦੇ ਹਾਂ। ਏਕ ਦ੍ਰਿਸ਼ਟ ਬਣ ਕੇ ਸਾਡੀ ਦੁਬਿਧਾ ਅਲੋਪ ਹੋ ਜਾਂਦੀ ਹੈ। ਸਾਰੇ ਭਰਮਾਂ ਦਾ ਅੰਤ ਹੋ ਜਾਂਦਾ ਹੈ। ਦੁਬਿਧਾ ਅਤੇ ਭਰਮ ਦਾ ਨਾਸ ਹੋ ਜਾਣਾ ਇੱਕ ਮਹਾਨ ਗੁਰਪ੍ਰਸਾਦੀ ਬਖਸ਼ਿਸ਼ ਹੁੰਦੀ ਹੈ। ਏਕ ਦ੍ਰਿਸ਼ਟਤਾ ਵਿੱਚ ਨਿਰਵੈਰਤਾ ਦੀ ਅਦੁੱਤੀ ਬਖਸ਼ਿਸ਼ ਹੁੰਦੀ ਹੈ। ਐਸੀ ਰੂਹ ਦੀ ਜ਼ਿੰਦਗੀ ਵਿੱਚ ਕਿਤੇ ਵੀ ਕੋਈ ਘ੍ਰਿਣਾ ਨਹੀਂ ਹੁੰਦੀ। ਹਰ ਇੱਕ ਵਿਅਕਤੀ ਮਿੱਤਰ ਬਣ ਜਾਂਦਾ ਹੈ। ਕੋਈ ਵੀ ਵੈਰੀ ਨਹੀਂ ਹੁੰਦਾ। ਕਿਸੇ ਨੂੰ ਵੀ ਭੈੜਾ ਨਹੀਂ ਜਾਣਿਆ ਅਤੇ ਵੇਖਿਆ ਜਾਂਦਾ। ਹਰ ਇੱਕ ਵਿਅਕਤੀ ਮਿੱਤਰ ਹੈ। ਕੋਈ ਵੀ ਵੈਰੀ ਨਹੀਂ ਹੁੰਦਾ। ਕਿਸੇ ਨੂੰ ਵੀ ਭੈੜਾ ਨਹੀਂ ਵੇਖਿਆ ਜਾਂਦਾ। ਹਰ ਇੱਕ ਰੂਹ ਵਿੱਚ
ਅਕਾਲ ਪੁਰਖ ਦੀ ਜੋਤ ਭਾਸਦੀ ਹੈ। ਇੱਕ ਸਾਧ ਹਰ ਇੱਕ ਵਿਅਕਤੀ ਨੂੰ ਇੰਨਾ ਪਿਆਰ ਕਰਦਾ ਹੈ ਜਿੰਨਾ ਅਕਾਲ ਪੁਰਖ ਨੂੰ ਪਿਆਰ ਕਰਦਾ ਹੈ, ਅਤੇ ਇਹ ਸੱਚਾ ਅਤੇ ਬੇਅੰਤ ਪਿਆਰ ਹੈ। ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਕੁਸੰਗਤ ਦਾ ਪ੍ਰਭਾਵ ਮਿਟ ਜਾਂਦਾ ਹੈ। ਅਸੀਂ ਸੰਸਾਰਿਕ ਪੁਚਲਾਵਿਆਂ ਅਤੇ ਭੈੜੇ ਕੰਮਾਂ ਵਿੱਚ ਸ਼ਾਮਿਲ ਨਹੀਂ ਹੁੰਦੇ। ਸਾਡੇ ਸਾਰੇ ਕਰਮ ਸੱਚੇ ਅਤੇ ਚੰਗੇ ਬਣ ਜਾਂਦੇ ਹਨ ਅਤੇ ਦੂਸਰਿਆਂ ਦੇ ਫਾਇਦੇ ਵਾਲੇ ਬਣ ਜਾਂਦੇ ਹਨ, ਪਰ ਉਪਕਾਰੀ ਬਣ ਜਾਂਦੇ ਹਨ। ਸਾਡੇ ਵਿੱਚ ਦੂਸਰਿਆਂ ਪ੍ਰਤੀ ਬਲੀਦਾਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਅਸੀਂ ਦੂਸਰਿਆਂ ਲਈ ਜਿਉਣਾ ਅਤੇ ਦੂਸਰਿਆਂ ਪ੍ਰਤੀ ਪਿਆਰ ਅਤੇ ਚੰਗਾ ਕਰਨਾ ਪਸੰਦ ਕਰਦੇ ਹਾਂ। ਅਤ ਨਿਮਰਤਾ ਨਾਲ ਹਉਮੈ ਦਾ ਨਾ ਹੋਣ ਦੀ ਅਵਸਥਾ ਦੀ ਪਹਿਚਾਣ ਹੁੰਦੀ ਹੈ। ਇਹ ਸਾਡੇ ਵਿੱਚ ਅਨਾਦ ਪਰਮ ਆਨੰਦ ਲੈ ਕੇ ਆਉਂਦੀ ਹੈ। ਪਰਮ ਆਨੰਦ ਅਤੇ ਸਤ ਚਿਤ ਆਨੰਦ ਅਤੇ ਇਸ ਦੇ ਫਲਸਰੂਪ ਆਤਮ ਰਸ ਲੈ ਕੇ ਆਉਂਦੀ ਹੈ। ਅਜਿਹੀਆਂ ਰੂਹਾਂ ਦੀ ਸੰਗਤ ਵਿੱਚ ਸਾਡੀ ਹਉਮੈ ਮਾਰੀ ਜਾਂਦੀ ਹੈ। ਹਉਮੈ ਨੂੰ ਡੂੰਘੀ ਮਾਨਸਿਕ ਬਿਮਾਰੀ ਵਿਖਿਆਨ ਕੀਤਾ ਗਿਆ ਹੈ। ਹਉਮੈ ਦੀਰਘ ਰੋਗ ਹੈ। ਇਹ ਸਾਨੂੰ ਸਾਡੇ ਆਪਣੇ ਮਨ ਨੂੰ ਪੰਜ ਚੋਰਾਂ ਦੇ ਪ੍ਰਭਾਵ ਅਧੀਨ ਕਰਮ ਕਰਨ ਲਈ ਜ਼ੋਰ ਲਗਾਉਂਦੀ ਹੈ। ਜਦ ਅਸੀਂ ਇਸ ਡੂੰਘੇ ਮਾਨਸਿਕ ਰੋਗ ਤੋਂ ਅਰੋਗ ਹੁੰਦੇ ਹਾਂ, ਤਦ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਗੁਰੂ ਅੱਗੇ ਸਮਰਪਣ ਕਰ ਦਿੰਦੇ ਹਾਂ ਅਤੇ ਇੱਕ ਗੁਰਮੁਖ ਬਣ ਜਾਂਦੇ ਹਾਂ। ਅਜਿਹੀ ਅਵਸਥਾ ਵਿੱਚ ਅਸੀਂ ਗੁਰੂ ਦੇ ਹੁਕਮ ਅੰਦਰ ਸਭ ਕੁਝ ਕਰਦੇ ਹਾਂ। ਗੁਰੂ ਦਾ ਹੁਕਮ ਸਾਡੀ ਕਮਾਈ ਹੁੰਦਾ ਹੈ। ਡੂੰਘੀ ਮਾਨਸਿਕ ਬਿਮਾਰੀ ਹਉਮੈ ਉੱਪਰ ਜਿੱਤ ਪਾਉਣ ਕਾਰਨ ਪ੍ਰਾਪਤ ਹੋਈ ਨਿਮਰਤਾ ਨਾਲ ਸਾਡਾ ਹਿਰਦਾ ਇੱਕ ਸਾਧ ਬਣ ਜਾਂਦਾ ਹੈ। ਅਜਿਹੀਆਂ ਰੂਹਾਂ ਦੀ ਅਕਾਲ ਪੁਰਖ ਦੀ ਦਰਗਾਹ ਵਿੱਚ ਮਹਿਮਾ ਹੁੰਦੀ ਹੈ, ਕਿਉਂਕਿ ਉਹਨਾਂ ਨੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਨਾਲ ਕਦੀ ਨਾ ਟੁੱਟਣ ਵਾਲਾ ਅਨਾਦ ਪਿਆਰ ਦਾ ਰਿਸ਼ਤਾ ਜੋੜ ਲਿਆ ਹੁੰਦਾ ਹੈ। ਸਾਧ ਕੇ ਸੰਗ ਨ ਕਬਹੂ ਤਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ। ਸਾਧ ਸੰਗ ਬਸਤ ਅਗੋਚਰ ਲਹੈ, ਸਾਧੂ ਕੇ ਸੰਗ ਅਜਰ ਸਹੈ। ਸਾਧ ਕੇ ਸੰਗ बसे थान ऊंचे, साधु के संग महल पहुँचे। साध के संग जड़े सब धर्म, साध के संग केवल पार ब्रह्म। साध के संग पाए नाम निधान, नानक साधु कह कुर्बान। अजय ਹਿਰਦੇ ਦੀ ਸੰਗਤ ਵਿੱਚ ਜੋ ਸਾਧ ਬਣ ਗਿਆ ਹੈ, ਪੂਰਨ ਬ੍ਰਹਮ ਗਿਆਨੀ, ਪੂਰਨ ਸੰਤ ਬਣ ਗਿਆ ਹੈ, ਅਸੀਂ ਬਸਤ ਅਗੋਚਰ ਪ੍ਰਾਪਤ ਕਰਦੇ ਹਾਂ। ਇਹ ਸਦਾ ਸੁਹਾਗਣ ਬਣਨ ਦੀ ਬਖਸ਼ਿਸ਼ ਹੈ। ਇਹ ਅਕਾਲ ਪੁਰਖ ਦੇ ਦਰਸ਼ਨਾਂ ਦੀ ਪ੍ਰਾਪਤੀ ਹੈ। ਅਕਾਲ ਪੁਰਖ ਵਿੱਚ ਅਭੇਦ ਹੋਣ ਦਾ ਗੁਰਪ੍ਰਸਾਦ ਹੈ। ਇਹ ਪੂਰਨ ਬ੍ਰਹਮ ਗਿਆਨੀ ਦੀ ਪ੍ਰਾਪਤੀ ਹੈ। ਇਹ ਪੂਰਨ ਤਤ ਗਿਆਨ ਦੀ ਪ੍ਰਾਪਤੀ ਹੈ। ਇਹ ਆਤਮ ਰਸ ਅੰਮ੍ਰਿਤ ਦੀ ਪ੍ਰਾਪਤੀ ਹੈ, ਜੋ ਸਾਡੀਆਂ ਪੰਜ ਗਿਆਨ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਜੋ ਤ੍ਰੈਗੁਣ ਮਾਇਆ ਤੋਂ ਪਰੇ ਹੈ। ਅਜਿਹੀਆਂ ਸੰਤ ਰੂਹਾਂ ਦੀਆਂ ਗੁਰਪ੍ਰਸਾਦੀ ਬਖਸ਼ਿਸ਼ਾਂ ਨਾਲ ਅਤੇ ਅਜਿਹੀਆਂ ਸੰਤ ਰੂਹਾਂ ਦੀ ਸੰਗਤ ਵਿੱਚ ਰਹਿਣ ਕਾਰਨ ਸਾਡੀ ਸਹਿਣਸ਼ੀਲਤਾ ਬਹੁਤ ਹੀ ਉੱਚ ਪੱਧਰ ਤੱਕ ਪਹੁੰਚ ਜਾਂਦੀ ਹੈ। ਅਸੀਂ ਅਸਹਿ ਨੂੰ ਵੀ ਸਹਿਣ ਦੇ ਯੋਗ ਹੋ ਜਾਂਦੇ ਹਾਂ। ਸੰਤਾਂ, ਬ੍ਰਹਮ ਗਿਆਨੀਆਂ, ਸਤਿਗੁਰੂਆਂ ਅਤੇ ਖਾਲਸਿਆਂ ਦੇ ਇਤਿਹਾਸ ਵਿੱਚ ਐਸੀਆਂ ਬਹੁਤ ਬੇਅੰਤ ਸੁੰਦਰ ਅਤੇ ਬੇਮਿਸਾਲ ਸਾਖੀਆਂ ਦਾ ਬੋਲਬਾਲਾ ਹੈ। ਇਹਨਾਂ ਬੇਮਿਸਾਲ ਇਲਾਹੀ ਕਥਾਵਾਂ ਨੂੰ ਅਸੀਂ ਹਰ ਰੋਜ਼ ਅਰਦਾਸ ਵਿੱਚ ਯਾਦ ਕਰਕੇ ਸਨਮਾਨਿਤ ਕਰਦੇ ਹਾਂ। ਜਿਨ੍ਹਾਂ ਨੇ ਨਾਮ ਸਿਮਰਿਆ ਹੈ, ਉਹਨਾਂ ਦੇ ਨਾਮ ਦੀ ਸੇਵਾ ਵਿੱਚ, ਪੂਰਨ ਸਤ ਦੀ ਪੂਰਨ ਸੇਵਾ ਵਿੱਚ, ਪੂਰਨ ਹੁਕਮ ਦੀ ਪੂਰਨ ਸੇਵਾ ਵਿੱਚ, ਇਲਾਹੀ ਇਸ਼ਕ ਵਿੱਚ, ਨਾਮ ਦੀ ਪਰਮ ਸ਼ਕਤੀ ਦੇ ਗੁਰਪ੍ਰਸਾਦ ਨਾਲ ਪੁੱਠੀਆਂ ਖੱਲਾਂ ਲੁਹਾਈਆਂ ਪਰ ਸੀ ਨਹੀਂ ਉਚਰੀ, ਚਰਖੜੀਆਂ ਉੱਪਰ ਚੜੇ ਗਏ, ਬੰਦ ਕਟਾਏ ਪਰ ਉਫ ਤੱਕ ਨਹੀਂ ਕੀਤੀ। ਸਤਿਗੁਰੂ ਸੱਚੇ ਪਾਤਸ਼ਾਹ ਅਰਜਨ ਦੇਵ ਜੀ ਦੀ ਪੂਰਨ ਸਤ ਦੀ ਸੇਵਾ ਵਿੱਚ, ਪੂਰਨ ਹੁਕਮ ਦੀ ਸੇਵਾ ਵਿੱਚ ਸੁੰਦਰ ਅਤੇ ਦੁਨੀਆ ਦੀ ਇਤਿਹਾਸ ਵਿੱਚ ਅਦੁੱਤੀ ਸ਼ਹਾਦਤ ਮਨੁੱਖਤਾ ਦੇ ਵਾਸਤੇ ਇਲਾਹੀ ਇਸ਼ਕ ਦੀ ਬੇਮਿਸਾਲ ਸਾਖੀ ਹੈ। ਇਸੇ ਤਰ੍ਹਾਂ ਧੰਨ ਸਤਿਗੁਰੂ ਗੋਬਿੰਦ ਸਿੰਘ ਜੀ ਦਾ ਇਲਾਹੀ ਇਸ਼ਕ ਵਿੱਚ ਰੱਤੇ ਹੋਏ ਪੂਰਨ ਹੁਕਮ ਅਨੁਸਾਰ ਸਰਬੰਸ ਦਾਨ ਕਰ ਦੇਣਾ ਦੁਨੀਆ ਦੇ ਇਤਿਹਾਸ ਵਿੱਚ ਇੱਕ ਅਦੁੱਤੀ ਮਿਸਾਲ ਹੈ। ਐਸੀਆਂ ਮਹਾਨ ਮਿਸਾਲਾਂ ਅਜਰ ਸਹੇ ਦੀ ਪ੍ਰਤੱਖ ਪੁਸ਼ਟੀ ਕਰਦੀਆਂ ਹਨ। ਅਜਿਹੀਆਂ ਰੂਹਾਨੀ ਤੌਰ ਤੇ ਉੱਚੀਆਂ ਤੇ ਪ੍ਰਕਾਸ਼ਿਤ ਰੂਹਾਂ ਦੀ ਸੰਗਤ ਕਾਰਨ ਅਸੀਂ ਅਜਿਹੀਆਂ ਰੂਹਾਨੀ ਸ਼ਕਤੀਆਂ ਪ੍ਰਾਪਤ ਕਰਦੇ ਹਾਂ, ਜਿਹੜੀਆਂ ਦਰਗਾਹ ਵਿੱਚ ਬਹੁਤ ਹੀ ਫਲਦਾਇਕ ਹਨ। ਸਾਧ ਦੀ ਸੰਗਤ ਕਾਰਨ ਅਸੀਂ ਆਪਣੇ ਪਿਆਰੇ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਚਰਨ ਕਮਲਾਂ ਵਿੱਚ ਲੀਨ ਰਹਿੰਦੇ ਹਾਂ। ਸਾਧ ਤੋਂ ਅਸੀਂ ਸਿੱਖਦੇ ਹਾਂ ਕਿ ਅਸਲ ਧਰਮ ਕੀ ਹੈ।
ਅਸੀਂ ਸਿੱਖਦੇ ਹਾਂ ਕਿ ਸਭ ਤੋਂ ਉੱਚਾ, ਪਵਿੱਤਰ ਅਤੇ ਸ਼ੁੱਧ ਧਰਮ ਅਕਾਲ ਪੁਰਖ ਨਾਲ ਮਿਲਾਪ ਹੈ। ਉਸ ਦਾ ਨਾਮ ਧਰਮ ਦਾ ਸਭ ਤੋਂ ਉੱਚਾ ਪੱਧਰ ਹੈ। ਤਾਂ ਹੀ ਮਾਲਕ ਦਾ ਨਾਮ ਸਿਮਰਨ ਕਰਨਾ ਸਭ ਤੋਂ ਉੱਚਾ ਹੈ। ਨਾਮ ਅੰਮ੍ਰਿਤ, ਜਿਹੜਾ ਕਿ ਸਾਰੇ ਪਿਛਲੇ ਯੁਗਾਂ ਅਤੇ ਆਉਣ ਵਾਲੇ ਸਾਰੇ ਯੁਗਾਂ ਵਿੱਚ ਸਭ ਤੋਂ ਵੱਡਾ ਅਨਾਦ ਖਜ਼ਾਨਾ ਹੈ। ਸੰਗਤ ਉੱਪਰ ਇਸ ਦੀ ਬਖਸ਼ਿਸ਼ ਅਜਿਹੇ ਹਿਰਦੇ ਨਾਲ ਹੁੰਦੀ ਹੈ ਜੋ ਇੱਕ ਸਾਧ ਬਣ ਗਿਆ ਹੁੰਦਾ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਅਜਿਹੇ ਹਿਰਦੇ ਅੱਗੇ ਤਨ, ਮਨ, ਧਨ ਨਾਲ ਪੂਰਨ ਸਮਰਪਣ ਕਰ ਦੇਣਾ ਚਾਹੀਦਾ ਹੈ ਜੋ ਇੱਕ ਸਾਧ ਬਣ ਗਿਆ ਹੈ। ਐਸਾ ਕਰਨ ਨਾਲ ਸਾਨੂੰ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦ ਪ੍ਰਾਪਤ ਹੁੰਦਾ ਹੈ, ਜਿਸ ਦੇ ਨਾਲ ਅਸੀਂ ਦਰਗਾਹ ਵਿੱਚ ਮਾਨ ਪ੍ਰਾਪਤ ਕਰ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ। ਸਾਧ ਕੈ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਮੀਤ ਕੁਟੁੰਬ ਨਿਸਤਾਰੈ। ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਧਨ ਤੇ ਸਭ ਕੋ ਵਰਸਾਵੈ। ਸਾਧ ਸੰਗ ਧਰਮ ਰਾਏ करे सेवा, साध के संग शोभा सुरदेवा। साधु के संग पाप पलायन, साध संग अमृत गुण गायन। साध के संग सर्व थान गम, नानक साध के संग सफल जन्म। ਸਾਧ ਦੀ ਸੰਗਤ ਇਤਨੀ ਸ਼ਕਤੀਸ਼ਾਲੀ ਅਤੇ ਫਲਕਾਰੀ ਹੁੰਦੀ ਹੈ ਕਿ ਜਿਸ ਦੀ ਸੇਵਾ ਕਰਨ ਨਾਲ ਸਾਡੀਆਂ ਬੀਤੀਆਂ ਪੀੜ੍ਹੀਆਂ ਅਤੇ ਆਉਣ ਵਾਲੀ 21 ਪੀੜ੍ਹੀਆਂ ਅਤੇ ਪਰਿਵਾਰ ਅਤੇ ਮਿੱਤਰ ਦੀਆਂ ਪੀੜ੍ਹੀਆਂ ਜੀਵਨ ਮੁਕਤੀ ਪ੍ਰਾਪਤ ਕਰ ਲੈਂਦੀਆਂ ਹਨ। ਇਸ ਤੋਂ ਇਹ ਭਾਵ ਨਹੀਂ ਹੈ ਕਿ ਸਾਧ ਬਣਨ ਨਾਲ ਆਪਣੇ ਸਾਡੇ ਪਰਿਵਾਰ ਵਿੱਚ ਜੀਵਨ ਮੁਕਤ ਹੋ ਜਾਣਗੇ। ਇਸ ਤੋਂ ਭਾਵ ਹੈ ਕਿ ਸਾਡਾ ਪਰਿਵਾਰ ਜਾਂ ਮਿੱਤਰ ਵੀ ਸਾਧ ਕੋਲੋਂ ਬਖਸ਼ਿਸ਼ਾਂ ਪ੍ਰਾਪਤ ਕਰਨਗੇ ਅਤੇ ਜੀਵਨ ਮੁਕਤ ਹੋ ਜਾਣਗੇ। ਜਾਂ ਜਦੋਂ ਅਸੀਂ ਇੱਕ ਸਾਧ ਬਣ ਜਾਂਦੇ ਹਾਂ ਅਤੇ ਅਕਾਲ ਪੁਰਖ ਤੋਂ ਨਾਮ ਦੇ ਗੁਰਪ੍ਰਸਾਦ ਦੇਣ ਦੀ ਬਖਸ਼ਿਸ਼ ਪ੍ਰਾਪਤ ਕਰਦੇ ਹਾਂ, ਤਾਂ ਜਿਨ੍ਹਾਂ ਲੋਕਾਂ ਦੇ ਸੰਜੋਗ ਸਾਡੇ ਨਾਲ ਲਿਖੇ ਹਨ ਉਹ ਸੰਗਤ ਦੇ ਰੂਪ ਵਿੱਚ ਸਾਡੇ ਕੋਲ ਆਉਣਗੇ। ਸੰਗਤ ਰੂਪ ਵਿੱਚ ਸਾਡੇ ਪੂਰਬਲੇ ਜਨਮਾਂ ਦੇ ਪਰਿਵਾਰਾਂ ਅਤੇ ਮਿੱਤਰਾਂ ਵਿੱਚੋਂ ਜਨਮੇ ਲੋਕ ਗੁਰਪ੍ਰਸਾਦ ਦੀ ਪ੍ਰਾਪਤੀ ਲਈ ਸਾਡੇ ਕੋਲ ਆਉਣਗੇ। ਸਾਡੇ ਬਜ਼ੁਰਗਾਂ ਦੀ ਰੂਹਾਂ ਵੀ ਜੋ ਖਲਾਅ ਵਿੱਚ ਭੂਤਾਂ ਵਾਂਗ ਅਟਕ ਗਈਆਂ ਹਨ ਵੀ ਸਾਡੇ ਕੋਲ ਮੁਕਤੀ ਦੀ ਫਰਿਆਦ ਲਈ ਆਉਣਗੀਆਂ। ਸਾਧ ਆਪਣੀ ਭਗਤੀ ਦੇ ਖਾਤੇ ਵਿੱਚੋਂ ਲੈ ਕੇ ਸਾਡੇ ਖਾਲੀ ਰੂਹਾਨੀ ਖਾਤੇ ਵਿੱਚ ਜਮ੍ਹਾਂ ਕਰ ਦਿੰਦਾ ਹੈ, ਸਾਨੂੰ ਅੰਮ੍ਰਿਤ ਦੀ ਦਾਤ ਦੇ ਦਿੰਦਾ ਹੈ, ਸਾਡਾ ਜ਼ਹਿਰ ਪੀ ਕੇ ਸਾਨੂੰ ਗੁਰਪ੍ਰਸਾਦ ਦਿੰਦਾ ਹੈ, ਜਿਸ ਦੀ ਸੇਵਾ ਕਰਨ ਨਾਲ ਅਸੀਂ ਜੀਵਨ ਮੁਕਤੀ ਪ੍ਰਾਪਤ ਕਰਦੇ ਹਾਂ। ਸਾਧ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਹੈ, ਜੋਦੜੀ ਕਰਦਾ ਹੈ, ਅਰਦਾਸ ਕਰਦਾ ਹੈ, ਜਿਸ ਦੀ ਅਰਦਾਸ ਦਰਗਾਹ ਵਿੱਚ ਪ੍ਰਵਾਨ ਹੁੰਦੀ ਹੈ ਅਤੇ ਇਹਨਾਂ ਰੂਹਾਂ ਨੂੰ ਮੁਕਤ ਕਰਾ ਕੇ ਉਹਨਾਂ ਨੂੰ ਚਾਨਣ ਵਿੱਚ ਭੇਜ ਦਿੰਦਾ ਹੈ ਅਤੇ ਉਹ ਦੁਬਾਰਾ ਮਨੁੱਖਾ ਜੀਵਨ ਵਿੱਚ ਜਨਮ ਦਾ ਮੌਕਾ ਪ੍ਰਾਪਤ ਕਰਦੇ ਹਨ। ਐਸੀਆਂ ਰੂਹਾਂ ਸਾਧ ਦੀਆਂ ਅਗਲੀਆਂ ਪੀੜ੍ਹੀਆਂ ਦੇ ਰੂਪ ਵਿੱਚ ਜਨਮ ਲੈਂਦੀਆਂ ਹਨ ਅਤੇ ਸਾਧ ਦੀ ਗੁਰਕਿਰਪਾ, ਗੁਰਪ੍ਰਸਾਦ ਨਾਲ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਪ੍ਰਾਪਤ ਕਰ ਜੀਵਨ ਮੁਕਤੀ ਪ੍ਰਾਪਤ ਕਰਦੀਆਂ ਹਨ। ਸਭ ਤੋਂ ਉੱਚਤਮ ਅਨਾਦ ਖਜ਼ਾਨਿਆਂ ਦੇ ਪੱਧਰ ਦੀ ਪ੍ਰਾਪਤੀ, ਜਿਹੜਾ ਕਿ ਨਾਮਦਾਨ ਹੈ, ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਸੇਵਾ ਦਾ ਗੁਰਪ੍ਰਸਾਦ ਹੈ, ਕੇਵਲ ਐਸੀ ਸਾਧ ਦੀ ਸੰਗਤ ਵਿੱਚ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਕੇਵਲ ਉਹ ਹਿਰਦੇ ਜੋ ਸਾਧ ਬਣ ਗਏ ਹਨ, ਸੰਗਤ ਨੂੰ ਇਹ ਗੁਰਪ੍ਰਸਾਦੀ ਨਾਮ ਦਾ ਅਨਾਦ ਖਜ਼ਾਨਾ ਵੰਡਣ ਦੇ ਰੂਹਾਨੀ ਸ਼ਕਤੀ ਅਤੇ ਅਧਿਕਾਰ ਰੱਖਦੇ ਹਨ। ਅਜਿਹੀਆਂ ਪ੍ਰਕਾਸ਼ਮਾਨ ਰੂਹਾਂ ਦੀ ਸੰਗਤ ਸਾਨੂੰ ਰੂਹਾਨੀ ਸੰਸਾਰ ਦੀਆਂ ਅਜਿਹੀਆਂ ਉਚਾਈਆਂ 'ਤੇ ਲੈ ਜਾਂਦੀ ਹੈ ਜਿੱਥੇ ਕਿ ਬ੍ਰਹਮ ਜੱਜ ਧਰਮਰਾਜ ਵੀ ਸਾਡੀ ਸੇਵਾ ਕਰਦਾ ਹੈ। ਇਸ ਤੋਂ ਭਾਵ ਹੈ ਕਿ ਇੱਕ ਵਾਰ ਜਦੋਂ ਅਸੀਂ ਇੱਕ ਸਾਧ ਹਿਰਦਾ ਬਣ ਜਾਂਦੇ ਹਾਂ ਜਾਂ ਸਦਾ ਸੁਹਾਗਣ ਬਣ ਜਾਂਦੇ ਹਾਂ ਤਾਂ ਸਾਡੇ ਸ਼ਬਦ ਧਰਮਰਾਜ ਦੁਆਰਾ ਵੀ ਸਤਿਕਾਰੇ ਜਾਂਦੇ ਹਨ। ਅਸੀਂ ਦੂਸਰੇ ਦੇਵੀ ਦੇਵਤਿਆਂ ਕੋਲੋਂ ਵੀ ਮਾਣ ਸਤਿਕਾਰ ਪ੍ਰਾਪਤ ਕਰਦੇ ਹਾਂ। ਇਸੇ ਕਾਰਨ ਕਈ ਬੰਦਗੀ ਕਰਨ ਵਾਲਿਆਂ ਨੂੰ ਦੇਵੀ ਦੇਵਤਿਆਂ ਦੇ ਦਰਸ਼ਨ ਵੀ ਹੁੰਦੇ ਹਨ। ਇਸੇ ਕਾਰਨ ਕਈ ਨਾਮ ਸਿਮਰਨ ਵਾਲੇ ਜਾਂ ਸਮਾਧੀ ਅਤੇ ਸੁਨ ਸਮਾਧੀ ਵਿੱਚ ਜਾਂਦੇ ਹਨ ਤਾਂ ਤਿਨਾਂ ਨੂੰ ਸਤਿਗੁਰੂਆਂ ਦੇ, ਬ੍ਰਹਮ ਗਿਆਨੀਆਂ ਦੇ ਅਤੇ ਸੰਤਾਂ ਦੇ ਦਰਸ਼ਨ ਹੁੰਦੇ ਹਨ। ਐਸੀਆਂ ਸਦਾ ਸੁਹਾਗਣਾ ਨਾਮ ਸਿਮਰਨ ਵਾਲਿਆਂ ਨੂੰ ਆਸ਼ੀਰਵਾਦ ਦੇਣ ਲਈ ਆਉਂਦੀਆਂ ਹਨ ਅਤੇ ਉਹਨਾਂ ਦਾ ਹੌਸਲਾ ਵਧਾਉਣ ਲਈ ਆਉਂਦੀਆਂ ਹਨ ਅਤੇ ਇਹ ਦੱਸਣ ਆਉਂਦੀਆਂ ਹਨ ਕਿ ਨਾਮ ਸਿਮਰਨ ਕੇਵਲ ਸਹੀ ਮਾਰਗ 'ਤੇ ਚੱਲ ਰਹੇ ਹਨ। ਐਸੇ ਰੂਹਾਨੀ ਅਨੁਭਵ ਸਥੂਲ ਰੂਪ ਵਿੱਚ ਐਸੇ ਲੋਕਾਂ ਨੂੰ ਹੁੰਦੇ ਹਨ ਜਿਹੜੇ ਡੂੰਘੇ ਧਿਆਨ, ਸੁਨ ਸਮਾਧੀ ਵਿੱਚ ਜਾਂਦੇ ਹਨ ਅਤੇ ਜਿਨ੍ਹਾਂ ਦਾ ਦਸਮ ਦੁਆਰ ਅਤੇ ਦਿਵ ਦ੍ਰਿਸ਼ਟ ਗਿਆਨ ਨੇਤਰ ਖੁੱਲ੍ਹੇ ਹੁੰਦੇ ਹਨ। ਸਾਡੀ ਸੰਗਤ ਵਿੱਚ ਕਈ ਸੁਹਾਗਣਾ ਅਤੇ ਕੁਝ ਸਦਾ ਸੁਹਾਗਣਾ ਹਨ
ਜਿਨ੍ਹਾਂ ਨੂੰ ਐਸੇ ਅਨੁਭਵ ਹੋਏ ਹਨ ਅਤੇ ਹੋ ਰਹੇ ਹਨ, ਸਾਡੇ ਸਾਰੇ ਪਾਪ ਅਲੋਪ ਹੋ ਜਾਂਦੇ ਹਨ ਅਤੇ ਸਾਡੇ ਹਿਰਦੇ ਵਿੱਚ ਹਰ ਤਰ੍ਹਾਂ ਦੇ ਚੰਗੇ ਗੁਣ ਆ ਜਾਂਦੇ ਹਨ। ਅਸੀਂ ਉੱਚ ਰੂਹਾਨੀ ਅਵਸਥਾ ਪ੍ਰਾਪਤ ਕਰਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਜੀਵਨ ਦਾ ਬ੍ਰਹਮ ਮੰਤਵ ਪ੍ਰਾਪਤ ਕਰ ਲੈਂਦੇ ਹਾਂ। ਅਸੀਂ ਮੁਕਤੀ ਪ੍ਰਾਪਤ ਕਰ ਲੈਂਦੇ ਹਾਂ ਅਤੇ ਜਨਮ ਮਰਨ ਦੇ ਚੱਕਰ ਵਿੱਚੋਂ ਬਾਹਰ ਨਿਕਲ ਆਉਂਦੇ ਹਾਂ। ਸਾਧ ਕੈ ਸੰਗ ਨਹੀਂ ਕੁਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਸਾਧ ਕੈ ਸੰਗ ਕਲੋਖਤ ਹਰੈ, ਸਾਧ ਕੈ ਸੰਗ ਨਰਕ ਪਰ ਹਰੈ। ਸਾਧ ਕੈ ਸੰਗ ਇਹਾਂ ਉਹਾਂ ਸੁਹੇਲਾ, ਸਾਧ ਸੰਗ ਬਿਛਰਤ ਹਰ ਮੇਲਾ। ਜੋ ਇੱਛੈ ਸੋ ਹੀ ਫਲ ਪਾਵੈ, ਸਾਧ ਕੇ ਸੰਗ ਨਾ ਬਿਰਥਾ ਜਾਵੈ। ਪਾਰ ਬ੍ਰਹਮ ਸਾਧ ਰਿਦ ਬਸੈ, ਨਾਨਕ ਉਧਰੈ ਸਾਧ ਸੁਨ ਰਸੈ। ਸਾਧ ਦੀ ਸੰਗਤ ਵਿੱਚ ਅਸੀਂ ਆਸਾਨੀ ਨਾਲ ਭਗਤੀ ਕਰ ਸਕਦੇ ਹਾਂ। ਦੂਸਰੇ ਸ਼ਬਦਾਂ ਵਿੱਚ ਸਦਾ ਸੁਹਾਗਣ ਅਤੇ ਸੁਹਾਗਣਾ ਦੀ ਸੰਗਤ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਅਸੀਂ ਆਪਣੇ ਮਨ ਤੇ ਸੌਖਿਆਂ ਹੀ ਜਿੱਤ ਪਾ ਲੈਂਦੇ ਹਾਂ। ਇਸ ਤਰ੍ਹਾਂ ਹੀ ਭਾਈ ਲਹਿਣਾ ਜੀ ਨੇ ਆਪਣੀ ਭਗਤੀ 3.5 ਸਾਲਾਂ ਵਿੱਚ ਹੀ ਪੂਰੀ ਕਰ ਲਈ। ਇਹ ਗੁਰੂ ਨਾਨਕ ਪਾਤਸ਼ਾਹ ਜੀ ਦੀ ਹੀ ਬਖਸ਼ਿਸ਼ ਕਾਰਨ ਸੀ ਅਤੇ ਉਹ ਗੁਰੂ ਅੰਗਦ ਪਾਤਸ਼ਾਹ ਜੀ ਬਣ ਗਏ। ਨਹੀਂ ਤਾਂ ਜੇਕਰ ਉਹ ਆਪਣੇ ਆਪ ਹੀ ਚੱਲਦੇ ਰਹਿੰਦੇ ਤਾਂ ਬਹੁਤ ਸਮਾਂ ਲੱਗਣਾ ਸੀ, ਸ਼ਾਇਦ ਕਈ ਜੀਵਨ ਲੱਗ ਜਾਣੇ ਸਨ। ਕੇਵਲ ਸਾਧ ਦੇ ਦਰਸ਼ਨ ਕਰਨੇ ਹੀ ਬੜੇ ਫਲਕਾਰੀ ਹੁੰਦੇ ਹਨ। ਬ੍ਰਹਮ ਗਿਆਨੀ ਕਾ ਦਰਸ ਬੜਭਾਗੀ ਹੀ ਪਾਈਏ। ਅਜਿਹੀਆਂ ਰੂਹਾਂ ਦੇ ਦਰਸ਼ਨ ਨਾਲ ਅਤੇ ਸੰਜੋਗ ਨਾਲ ਸਾਨੂੰ ਆਪਣੇ ਮਨ ਉੱਪਰ ਜਿੱਤ ਪਾਉਣ ਅਤੇ ਅੰਦਰੋਂ ਬਾਹਰੋਂ ਸਾਫ਼ ਹੋਣ, ਮਨ ਦੀ ਮੈਲ ਧੋਣ ਵਿੱਚ, ਪੂਰਨ ਸੱਚਿਆਰੀ ਰਹਿਤ ਵਿੱਚ ਆਉਣ ਵਿੱਚ ਬਹੁਤ ਜ਼ਿਆਦਾ ਮਦਦ ਮਿਲਦੀ ਹੈ। ਅਸੀਂ ਆਪਣੇ ਮਨ ਉੱਪਰ ਲੱਗੀ ਪੂਰਬਲੇ ਜਨਮਾਂ ਦੀ ਮੈਲ ਨੂੰ ਸਾਫ਼ ਕਰਨ ਦੇ ਯੋਗ ਹੋ ਜਾਂਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਗੰਦੇ ਜੀਵਨ ਤੋਂ ਬਚਾ ਲੈਂਦੇ ਹਾਂ ਜਿਸ ਵਿੱਚ ਅਸੀਂ ਰਹਿ ਰਹੇ ਹੁੰਦੇ ਹਾਂ। ਅਸੀਂ ਆਪਣੇ ਆਪ ਨੂੰ ਭਵਿੱਖੀ ਨਰਕ ਤੋਂ ਬਚਾ ਲੈਂਦੇ ਹਾਂ ਜਿਹੜਾ ਕਿ ਅਸੀਂ ਆਪ ਆਪਣੇ ਲਈ ਬੀਜਿਆ ਹੈ। ਆਪਣੇ ਅੰਦਰ ਮਨ ਅਤੇ ਹਿਰਦੇ ਨੂੰ ਸਾਫ਼ ਕਰਕੇ ਅਸੀਂ ਇਸ ਜਨਮ ਦੀ ਧਰਤੀ ਉੱਪਰ ਬਾਕੀ ਜ਼ਿੰਦਗੀ ਇੱਕ ਪੂਰਨ ਸੱਚਾਰੇ ਵਿਅਕਤੀ ਦੀ ਤਰ੍ਹਾਂ ਆਨੰਦ ਮਾਣਦੇ ਹਾਂ। ਅਸੀਂ ਹਮੇਸ਼ਾ ਚੰਗੇ ਕਰਮ ਕਰਨ ਵਿੱਚ ਰੁੱਝੇ ਰਹਿੰਦੇ ਹਾਂ ਅਤੇ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਪਿਆਰ ਵਿੱਚ ਲੀਨ ਰਹਿੰਦੇ ਹਾਂ। ਅਸੀਂ ਸਦਾ ਲਈ ਆਉਣ ਵਾਲੇ ਯੁੱਗਾਂ ਵਿੱਚ ਸੱਚਖੰਡ ਵਿੱਚ ਰਹਿੰਦੇ ਹਾਂ। ਇਸ ਤਰੀਕੇ ਨਾਲ ਸਾਡੀ ਰੂਹ ਜਿਹੜੀ ਪ੍ਰਮਾਤਮਾ ਤੋਂ ਨਿਖੜੀ ਹੋਈ ਹੈ ਵਾਪਸ ਉਸ ਕੋਲ ਚਲੀ ਜਾਵੇਗੀ ਅਤੇ ਆਉਣ ਵਾਲੇ ਸਾਰੇ ਸਮੇਂ ਉਸ ਦੇ ਨਾਲ ਰਹੇਗੀ। ਅਸੀਂ ਜਨਮ ਮਰਨ ਦੇ ਚੱਕਰ ਤੋਂ ਰਾਹਤ ਪਾਉਂਦੇ ਹਾਂ ਜਿਹੜਾ ਕਿ ਸਾਡੇ ਜੀਵਨ ਤੋਂ ਸਭ ਤੋਂ ਵੱਡਾ ਦੁੱਖ ਹੈ। ਔਰ ਰੂਹਾਂ ਜਿਹੜੀਆਂ ਸਾਧ ਦੀ ਸੰਗਤ ਵਿੱਚ ਜਾਂਦੀਆਂ ਹਨ ਉਹ ਆਪਣੇ ਰੂਹਾਨੀ ਟੀਚੇ ਅਤੇ ਸਾਧ ਬਣਨ ਦੀ ਇੱਛਾ ਅਤੇ ਦੂਸਰੀਆਂ ਹੋਰ ਇੱਛਾਵਾਂ ਨੂੰ ਪਹਿਚਾਨਣ ਦੇ ਯੋਗ ਹੋ ਜਾਂਦੇ ਹਨ। ਪੂਰਨ ਭਗਤੀ ਲਈ ਸਾਡੀ ਆਸਾ, ਮਨਸਾ ਅਤੇ ਤ੍ਰਿਸ਼ਨਾ ਨੂੰ ਮਾਰਨਾ ਲਾਜ਼ਮੀ ਹੈ। ਇਸ ਲਈ ਇੱਛਾਵਾਂ ਕੇਵਲ ਭਗਤੀ ਅਤੇ ਦੂਸਰਿਆਂ ਦੀ ਸੇਵਾ ਕਰਨ ਤੱਕ ਸੀਮਤ ਰਹਿਣੀਆਂ ਚਾਹੀਦੀਆਂ ਹਨ ਅਤੇ ਹੋਰ ਸੰਸਾਰਿਕ ਇੱਛਾਵਾਂ ਵਾਸਤੇ ਨਹੀਂ। ਪਾਰ ਬ੍ਰਹਮ ਇੱਕ ਸਾਧ ਦੇ ਹਿਰਦੇ ਵਿੱਚ ਵਸਦਾ ਹੈ ਅਤੇ ਉਸ ਦੀ ਰਸਨਾ ਤੋਂ ਬੋਲਦਾ ਹੈ। ਸਾਧ ਦੇ ਸ਼ਬਦ ਬਚਨ ਬਿਲਕੁਲ ਸਰਵ ਸ਼ਕਤੀਮਾਨ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਸ਼ਬਦ ਬਚਨ ਹੁੰਦੇ ਹਨ ਅਤੇ ਸਾਨੂੰ ਸਾਰਿਆਂ ਨੂੰ ਇਹਨਾਂ ਨੂੰ ਸੁਣਨਾ ਚਾਹੀਦਾ ਹੈ। ਇਹਨਾਂ ਸ਼ਬਦਾਂ ਬਚਨਾਂ ਦੇ ਆਪਣੇ ਰੋਜ਼ਾਨਾ ਜੀਵਨ ਵਿੱਚ ਅਭਿਆਸ ਨਾਲ ਸਾਡਾ ਜੀਵਨ ਸਫਲਾ ਹੋ ਜਾਂਦਾ ਹੈ ਅਤੇ ਅਸੀਂ ਆਪਣਾ ਮੁਕਤੀ ਦਾ ਨਿਸ਼ਾਨਾ ਪ੍ਰਾਪਤ ਕਰ ਲੈਂਦੇ ਹਾਂ। ਸਾਧ ਕੇ ਸੰਗ ਸੁਨਹੋ ਹਰ ਨਾਓ, ਸਾਧ ਸੰਗ ਹਰ ਕੇ ਗੁਣ ਗਾਓ। ਸਾਧ ਕੇ ਸੰਗ ਨਾ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ। ਸਾਧ ਕੇ ਸੰਗ ਲਗੇ ਪ੍ਰਭ ਮੀਠਾ, ਸਾਧੂ ਕੇ ਸੰਗ घट घट डीठा। साध संग भय आज्ञाकारी, साध संगत भई हमारी। साध के संग मिटे सब रोग, नानक साध भेटे संजोग। ਸਾਧ ਦੀ ਸੰਗਤ ਵਿੱਚ ਗੁਰਬਾਣੀ ਕੀਰਤਨ ਦਾ ਅਤੇ ਨਾਮ ਸਿਮਰਨ ਕਰਨ ਦਾ ਬੇਅੰਤ ਸ਼ਕਤੀਸ਼ਾਲੀ ਪ੍ਰਭਾਵ ਪੈਂਦਾ ਹੈ। ਸਾਧ ਦੀ ਸੰਗਤ ਵਿੱਚ ਜਦ ਸੁਹਾਗਣਾ ਕੀਰਤਨ ਕਰਦੀਆਂ ਹਨ ਅਤੇ ਨਾਮ ਸਿਮਰਨ ਕਰਦੀਆਂ ਹਨ ਤਾਂ ਦਰਗਾਹ ਪ੍ਰਗਟ ਹੁੰਦੀ ਹੈ। ਸਾਧ ਦੀ ਸੰਗਤ ਵਿੱਚ ਨਾਮ ਸਿਮਰਨ ਕੀਤਾ ਸਿੱਧਾ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਜਿੱਥੇ ਸਾਧ ਦੀ ਸੰਗਤ ਹੁੰਦੀ ਹੈ ਉੱਥੇ ਮਾਨ ਸਰੋਵਰ ਪ੍ਰਗਟ ਹੁੰਦਾ ਹੈ। ਜਿੱਥੇ ਸਾਧ ਦੀ ਸੰਗਤ ਹੁੰਦੀ ਹੈ ਉੱਥੇ ਮਾਇਆ ਪੋ ਨਹੀਂ ਸਕਦੀ। ਇਸ ਲਈ ਸਾਧ ਦੀ ਸੰਗਤ ਦਾ ਮਨ ਟਿਕ ਜਾਂਦਾ ਹੈ, ਮਨ ਸ਼ਾਂਤ ਹੋ ਜਾਂਦਾ ਹੈ,
ਨਾਮ ਸੁਰਤ ਵਿੱਚ ਉਤਰ ਜਾਂਦਾ ਹੈ, ਨਾਮ ਹਿਰਦੇ ਵਿੱਚ ਉਤਰ ਜਾਂਦਾ ਹੈ, ਨਾਮ ਰੋਮ ਰੋਮ ਵਿੱਚ ਉਤਰ ਜਾਂਦਾ ਹੈ। ਜਿੱਥੇ ਸਾਧ ਦੀ ਸੰਗਤ ਹੁੰਦੀ ਹੈ ਉੱਥੇ ਸੁਹਾਗਣਾ ਵਿੱਚ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਆਪ ਪ੍ਰਗਟ ਹੁੰਦਾ ਹੈ। ਸਾਧ ਦੀ ਸੰਗਤ ਵਿੱਚ ਚੰਗੇ ਧਾਰਮਿਕ ਕਾਰਜ ਅਤੇ ਸੇਵਾ ਦੇ ਰੂਹਾਨੀ ਲਾਭ ਮੰਨਣ ਤੋਂ ਪਰੇ ਹੁੰਦੇ ਹਨ, ਕਿਉਂਕਿ ਐਸੇ ਕੀਤੇ ਕਾਰਜਾਂ ਦੇ ਕਰਨ ਵਿੱਚ ਸੇਵਾ ਦੇ ਰੂਹਾਨੀ ਲਾਭ ਮੰਨਣ ਤੋਂ ਪਰੇ ਹੁੰਦੇ ਹਨ, ਕਿਉਂਕਿ ਐਸੇ ਕੀਤੇ ਕਾਰਜਾਂ ਦੇ ਕਰਨ ਵਿੱਚ ਹਉਮੈ ਨਹੀਂ ਹੁੰਦੀ ਹੈ। ਸਾਧ ਦੀ ਸੇਵਾ ਵਿੱਚ ਦਿੱਤਾ ਦਸਵੰਧ ਦਰਗਾਹ ਵਿੱਚ ਪ੍ਰਵਾਨ ਹੁੰਦਾ ਹੈ। ਹੋਰ ਥਾਵਾਂ 'ਤੇ ਕੀਤੇ ਧਾਰਮਿਕ ਕਾਰਜ ਸਾਨੂੰ ਕੋਈ ਲਾਭ ਨਹੀਂ ਦਿੰਦੇ ਹਨ, ਕਿਉਂਕਿ ਐਸੇ ਕੀਤੇ ਕਾਰਜਾਂ ਦੇ ਪਿੱਛੇ ਹਉਮੈ ਦੀ ਵਿਨਾਸ਼ਕਾਰੀ ਸ਼ਕਤੀ ਹੁੰਦੀ ਹੈ, ਜੋ ਰੂਹਾਨੀ ਤਰੱਕੀ ਵਿੱਚ ਵਿਘਨਕਾਰੀ ਹੁੰਦੀ ਹੈ। ਸਾਧ ਦੀ ਸੰਗਤ ਵਿੱਚ ਧਾਰਮਿਕ ਕਾਰਜ ਕਰਦਿਆਂ ਅਸੀਂ ਸਦਾ ਅਕਾਲ ਪੁਰਖ ਦੀ ਯਾਦ ਵਿੱਚ ਰਹਿੰਦੇ ਹਾਂ ਅਤੇ ਮਾਇਆ ਦੇ ਵਿਨਾਸ਼ਕਾਰੀ ਪ੍ਰਭਾਵ ਵਿੱਚ ਨਹੀਂ ਹੁੰਦੇ ਹਾਂ। ਉਹ ਉਸ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦਾ ਨਾਮ ਸਾਡੇ ਹਿਰਦੇ ਤੋਂ ਕਦੇ ਵੀ ਓਹਲੇ ਨਹੀਂ ਹੁੰਦਾ। ਭਾਵ ਨਾਮ ਸਾਡੇ ਹਿਰਦੇ ਵਿੱਚੋਂ ਕਦੇ ਨਹੀਂ ਵਿਸਰਦਾ ਹੈ। ਨਾਮ ਸਦਾ ਲਈ ਸਾਡੇ ਅੰਦਰ ਸੁਰਤ, ਹਿਰਦੇ ਅਤੇ ਰੋਮ ਰੋਮ ਵਿੱਚ ਚਲਾ ਜਾਂਦਾ ਹੈ ਅਤੇ ਇਸ ਦੇ ਫਲਸਰੂਪ ਸਾਡੀ ਰੂਹ ਅਤੇ ਮਨ ਵਿੱਚ ਸਥਾਈ ਘਰ ਬਣਾ ਲੈਂਦਾ ਹੈ। ਇਸ ਤਰ੍ਹਾਂ ਤਾਂ ਹੀ ਅਸੀਂ ਮਨ ਨੂੰ ਜਿੱਤਣ ਦੇ ਯੋਗ ਹੁੰਦੇ ਹਾਂ ਅਤੇ ਇਸ ਤਰ੍ਹਾਂ ਹੀ ਅਸੀਂ ਹਰ ਤਰ੍ਹਾਂ ਦੀਆਂ ਮਾਨਸਿਕ ਬਿਮਾਰੀਆਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਤ੍ਰਿਸ਼ਨਾ, ਰਾਜ, ਜੋਬਨ, ਧਨ, ਮਾਲ, ਸ਼ਬਦ ਅਤੇ ਸਪਰਸ਼ ਵਰਗੀਆਂ ਵਿਕਾਰਮਾਤਕ ਅਤੇ ਵਿਨਾਸ਼ਕਾਰੀ ਮਾਨਸਿਕ ਰੋਗਾਂ ਦੇ ਅਰੋਗ ਹੁੰਦੇ ਹਾਂ। ਨਾਮ ਸਾਡੀ ਰੂਹ ਦਾ ਰੂਹਾਨੀ ਭੋਜਨ ਬਣ ਜਾਂਦਾ ਹੈ ਅਤੇ ਸਾਡੇ ਰੋਜ਼ਾਨਾ ਜੀਵਨ ਦਾ ਅਟੁੱਟ ਹਿੱਸਾ ਬਣ ਜਾਂਦਾ ਹੈ। ਅਸੀਂ ਉਸ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਦੇ ਨਾਂ 'ਤੇ ਬਰਸਦੇ ਅਨਾਦ ਆਨੰਦ ਨੂੰ ਹਰ ਸਮੇਂ ਮਾਣਦੇ ਹਾਂ। ਅਸੀਂ ਆਪਣੇ ਆਲੇ ਦੁਆਲੇ ਹਰ ਇੱਕ ਵਿੱਚ ਪਰਮਾਤਮਾ ਨੂੰ ਦੇਖਦੇ ਹਾਂ। ਅਸੀਂ ਕਿਸੇ ਨੂੰ ਵੀ ਦੁੱਖ ਨਹੀਂ ਪਹੁੰਚਾਉਂਦੇ ਅਤੇ ਹਰ ਰੂਹ ਵਿੱਚ ਪਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਦੇ ਹਾਂ। ਅਸੀਂ ਪਰਮਾਤਮਾ ਦੀ ਬ੍ਰਹਮ ਇੱਛਾ ਅਕਾਲ ਪੁਰਖ ਦੇ ਪੂਰਨ ਹੁਕਮ ਵਿੱਚ ਕਰਮ ਕਰਦੇ ਹਾਂ। ਸਾਡੇ ਸਾਰੇ ਹੀ ਕਰਮ ਸਤ ਕਰਮ ਬਣ ਜਾਂਦੇ ਹਨ। ਅਸੀਂ ਸੱਚ ਦੀ ਸੇਵਾ ਸ਼ੁਰੂ ਕਰ ਦਿੰਦੇ ਹਾਂ ਅਤੇ ਇਸ ਤਰ੍ਹਾਂ ਕਰਦਿਆਂ ਅਸੀਂ ਬਹੁਤ ਹੀ ਉੱਚ ਰੂਹਾਨੀ ਅਵਸਥਾ ਤੱਕ ਪਹੁੰਚਦੇ ਹਾਂ, ਜਿਹੜੀ ਸਾਨੂੰ ਜੀਵਨ ਮੁਕਤੀ ਦਿੰਦੀ ਹੈ। ਸਾਡੀਆਂ ਸਾਰੀਆਂ ਮਾਨਸਿਕ ਕਮਜ਼ੋਰੀਆਂ ਅਤੇ ਮਾਨਸਿਕ ਬਿਮਾਰੀਆਂ ਠੀਕ ਹੋ ਜਾਂਦੀਆਂ ਹਨ। ਸਾਡਾ ਮਨ ਪੂਰੀ ਤਰ੍ਹਾਂ ਨਾਲ ਸਾਫ਼ ਅਤੇ ਸੱਚਾ ਬਣ ਜਾਂਦਾ ਹੈ। ਮਨ ਪਰਮਜੋਤ ਪੂਰਨ ਪ੍ਰਕਾਸ਼ ਬਣ ਜਾਂਦਾ ਹੈ। ਪੰਜੇ ਇੰਦਰੀਆਂ ਪੂਰਨ ਹੁਕਮ ਵਿੱਚ ਆ ਜਾਂਦੀਆਂ ਹਨ। ਸਾਡਾ ਹਿਰਦਾ ਪੂਰਨ ਸੱਚਾਈ ਰਹਿਤ ਵਿੱਚ ਆ ਜਾਂਦਾ ਹੈ। ਕੇਵਲ ਬਹੁਤ ਹੀ ਭਾਗਸ਼ਾਲੀ ਕਿਸਮਤ ਵਾਲੇ ਲੋਕ ਐਸੇ ਹਿਰਦੇ ਦੀ ਸੰਗਤ ਪ੍ਰਾਪਤ ਕਰਦੇ ਹਨ, ਜਿਹੜਾ ਕਿ ਸਾਧ ਇੱਕ ਸਦਾ ਸੁਹਾਗਣ ਬਣ ਗਿਆ ਹੁੰਦਾ ਹੈ ਅਤੇ ਪੂਰੀ ਤਰ੍ਹਾਂ ਅਕਾਲ ਪੁਰਖ ਵਿੱਚ ਅਭੇਦ ਹੋ ਗਿਆ ਹੁੰਦਾ ਹੈ। ਐਸੇ ਮਹਾਂਪੁਰਖਾਂ ਦੀ ਸੰਗਤ ਦਰਗਾਹ ਨਾਲੋਂ ਘੱਟ ਨਹੀਂ ਹੁੰਦੀ ਹੈ। ਜਿੱਥੇ ਸੰਤ ਬੈਠਾ ਹੋਵੇ ਉੱਥੇ ਦਰਗਾਹ ਪ੍ਰਗਟ ਹੁੰਦੀ ਹੈ। ਸਾਧ ਕੀ ਮਹਿਮਾ वेद न जान है, जेता सुन है तेता बख्यान है। साध की उपमा तह गुण ते दूर, साध की उपमा रही भरपूर। साध की शोभा का नहीं अंत, साध की शोभा सदा बेअंत। साध की शोभा ऊंच ते ऊंची, साध की शोभा मूंच ते मूंची। साध की शोभा साध बन आई, नानक साध प्रभ भेद न भाई। कोई शब्द नहीं हैं ਜਿਹੜੇ ਸਾਧ ਦੀ ਮਹਿਮਾ ਦਾ ਵਿਖਿਆਨ ਪੂਰੀ ਤਰ੍ਹਾਂ ਕਰ ਸਕਣ। ਸਾਧ ਦੀ ਮਹਿਮਾ ਬੇਅੰਤ ਹੈ। ਸਾਧ ਦੀ ਮਹਿਮਾ ਵਰਣਨ ਨਹੀਂ ਕੀਤੀ ਜਾ ਸਕਦੀ। ਵੇਦਾਂ ਵਰਗੇ ਧਾਰਮਿਕ ਗ੍ਰੰਥ ਵੀ ਐਸਾ ਹਿਰਦਾ ਜਿਹੜਾ ਕਿ ਸਾਧ ਬਣ ਗਿਆ ਹੋਵੇ ਦੀ ਮਹਾਨਤਾ ਬਾਰੇ, ਮਹਿਮਾ ਬਾਰੇ, ਰੂਹਾਨੀ ਸ਼ਕਤੀਆਂ ਬਾਰੇ ਕੁਝ ਨਹੀਂ ਬਖਾਣਦੇ, ਜਾਣਦੇ, ਵਰਣਨ ਕਰ ਸਕਦੇ। ਸਾਧ ਦੀ ਮਹਿਮਾ ਵਿਆਖਿਆ ਤੋਂ ਪਰੇ ਹੈ, ਕਿਉਂਕਿ ਅਜਿਹੀਆਂ ਰੂਹਾਂ ਉਹਨਾਂ ਤਿੰਨ ਸੀਮਾਵਾਂ ਤੋਂ ਪਰੇ ਹੁੰਦੀਆਂ ਹਨ ਜਿਹੜੀਆਂ ਪਦਾਰਥ ਦੀ ਪਰਿਭਾਸ਼ਾ ਬਣਾਉਂਦੀਆਂ ਹਨ। ਮਾਇਆ ਦੇ ਤਿੰਨਾਂ ਗੁਣਾਂ ਤੋਂ ਪਰੇ ਹੈ। ਭਾਵ ਇਸ ਧਰਤੀ 'ਤੇ ਕੋਈ ਐਸਾ ਮਨੁੱਖ ਨਹੀਂ ਜਿਹੜਾ ਪੂਰੀ ਤਰ੍ਹਾਂ ਇੱਕ ਸਾਧ ਦੀ ਮਹਾਨਤਾ ਦੀ ਵਿਆਖਿਆ ਕਰ ਸਕਦਾ ਹੋਵੇ। ਸਾਧ ਦੀ ਮਹਿਮਾ, ਪੂਰਨ ਬ੍ਰਹਮ ਗਿਆਨੀ ਦੀ ਮਹਿਮਾ ਕੇਵਲ ਪੂਰਨ ਬ੍ਰਹਮ ਗਿਆਨੀ ਹੀ ਜਾਣ ਸਕਦਾ ਹੈ। ਸਾਧ ਦੀ ਮਹਾਨਤਾ ਬੇਅੰਤ ਹੈ, ਇਹ ਕਥੀ ਨਹੀਂ ਜਾ ਸਕਦੀ। ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਖਾਲਸਾ, ਅਕਾਲ ਪੁਰਖ ਦੀ ਮਹਿਮਾ ਹੈ। ਸਾਧ, ਸੰਤ, ਬ੍ਰਹਮ ਗਿਆਨੀ, ਸਤਿਗੁਰੂ, ਖਾਲਸਾ, ਅਕਾਲ ਪੁਰਖ ਦੀ ਮਹਿਮਾ ਦੇ ਰੂਪ ਵਿੱਚ ਪ੍ਰਗਟ ਹੁੰਦੀ ਹੈ। ਐਸੀਆਂ ਰੂਹਾਂ ਅਤੇ ਹਿਰਦੇ ਦੀ ਰੂਹਾਨੀ ਸ਼ਕਤੀ ਦੀ ਕੋਈ ਸੀਮਾ ਨਹੀਂ ਹੈ। ਇਹ ਅਨੰਤ ਹੈ, ਬੇਅੰਤ ਹੈ।
ਇਹ ਸਾਰੇ ਕੋਟ ਬ੍ਰਹਮੰਡਾਂ ਵਿੱਚੋਂ ਉੱਚੇ ਤੋਂ ਉੱਚੀ ਹੈ। ਕੇਵਲ ਇੱਕ ਸਾਧ ਹੀ ਸਾਧ ਦੀ ਮਹਾਨਤਾ ਅਤੇ ਮਹਿਮਾ ਬਾਰੇ ਜਾਣ ਸਕਦਾ ਹੈ ਅਤੇ ਇਸ ਦੀ ਵਿਆਖਿਆ ਦਾ ਯਤਨ ਕਰ ਸਕਦਾ ਹੈ। ਐਸਾ ਹਿਰਦਾ ਜੋ ਇੱਕ ਸਾਧ ਬਣ ਗਿਆ ਹੈ ਦੇ ਸਾਰੇ ਹੀ ਮਹੱਤਵਪੂਰਨ ਗੁਣ ਅਕਾਲ ਪੁਰਖ ਵਰਗੇ ਹੀ ਹੁੰਦੇ ਹਨ। ਇਸ ਲਈ ਸਰਵ ਸ਼ਕਤੀਮਾਨ ਪਾਰਬ੍ਰਹਮ ਪਿਤਾ ਪਰਮੇਸ਼ਰ ਅਤੇ ਸਾਧ ਵਿਚਕਾਰ ਕੋਈ ਅੰਤਰ ਨਹੀਂ ਰਹਿ ਜਾਂਦਾ। ਅਸੀਂ ਸੱਚਮੁੱਚ ਸਾਧ ਸੰਤ ਬ੍ਰਹਮ ਗਿਆਨੀ ਸੰਤ ਸਤਿਗੁਰੂ ਦੀ ਸੰਗਤ ਵਿੱਚ ਆਪਣੇ ਰੂਹਾਨੀ ਟੀਚਿਆਂ ਨੂੰ ਬੜੀ ਹੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਇਹੀ ਗੁਰਬਾਣੀ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬ੍ਰਹਮ ਗਿਆਨ ਰਾਹੀਂ ਦੱਸ ਰਹੀ ਹੈ। ਅਸੀਂ ਆਪਣੇ ਆਪ ਨੂੰ ਗੁਰਪ੍ਰਸਾਦ ਦੀ ਖੇਡ ਵਿੱਚ ਸ਼ਾਮਲ ਕਰ ਸਕਦੇ ਹਾਂ ਅਤੇ ਆਪਣੇ ਪਿਆਰੇ ਪਾਰ ਬ੍ਰਹਮ ਨੂੰ ਗੁਰ ਕਿਰਪਾ ਨਾਲ ਮਿਲ ਸਕਦੇ ਹਾਂ। ਅਸੀਂ ਆਪਣੇ ਹਿਰਦੇ ਨੂੰ ਇੱਕ ਮਨਮੁਖ ਤੋਂ ਇੱਕ ਸਾਧ, ਇੱਕ ਗੁਰਮੁਖ, ਇੱਕ ਸੰਤ ਵਿੱਚ ਬਦਲ ਸਕਦੇ ਹਾਂ ਅਤੇ ਸਾਰੀ ਜ਼ਿੰਦਗੀ ਦਾ ਨਿਸ਼ਾਨਾ ਪ੍ਰਾਪਤ ਕਰ ਸਕਦੇ ਹਾਂ ਅਤੇ ਇੱਕ ਪੂਰਨ ਖਾਲਸਾ ਬਣ ਸਕਦੇ ਹਾਂ। ਇਸ ਲਈ ਅਕਾਲ ਪੁਰਖ ਪਾਰ ਬ੍ਰਹਮ ਪਿਤਾ ਪਰਮੇਸ਼ਰ ਦੇ ਚਰਨਾਂ ਤੇ ਅਰਦਾਸ ਜੋਦੜੀ ਬੇਨਤੀ ਕਰਦੇ ਰਹੀਏ ਕਿ ਸਾਡੇ ਉੱਪਰ ਆਪਣੀ ਗੁਰ ਕਿਰਪਾ ਗੁਰਪ੍ਰਸਾਦ ਦੀ ਰਹਿਮਤ ਬਖਸ਼ੇ ਅਤੇ ਸਾਨੂੰ ਸਾਧ ਸੰਤ ਬ੍ਰਹਮ ਗਿਆਨੀ ਸਤਿਗੁਰੂ ਖਾਲਸੇ ਦੀ ਸੰਗਤ ਬਖਸ਼ੇ, ਤਾਂ ਜੋ ਅਸੀਂ ਇਸ ਮਨੁੱਖੇ ਜੀਵਨ ਵਿੱਚੋਂ ਨਾਮ ਸਿਮਰਨ, ਨਾਮ ਦੀ ਕਮਾਈ, ਪੂਰਨ ਬੰਦਗੀ ਅਤੇ ਪਰਉਪਕਾਰ ਮਹਾਪਰਉਪਕਾਰ ਸੇਵਾ ਕਰ ਸਕੀਏ ਅਤੇ ਇਸ ਮਨੁੱਖੇ ਜਨਮ ਨੂੰ ਸਫਲ ਕਰ ਸਕੀਏ। ਸਤਿਨਾਮ ਜੀ।